वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी, आप जी वड भागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करदे हां। जुगो जुग अटल छतर चवर तखत दे मालक धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां एकागर करो, रसना पवित्र कर दे एक बार, सारे उच्चारण करो जी सतनाम वाहे गुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है सतगुरु समीर पर्वत ते चढ़े ने, उत्थे सिद्धां नाल जोगियां नाल नाथां नाल जोगियां दे गुरु गोरख दे नाल सतगुरु जी का वार्तालाप होया है। इत्थे जेड़े कुछ जोगी सन वो चंगे सन, जेड़े चंगे सन उन्होंने गुरु दे चरनां ते मत्था भी टेकिया। कुछ माड़े सन, माड़िया ने माड़ा भी बोलिया ते अपनी शक्ति विखाउण दा यतन भी किया। मैं बेनती करांगा कि स्पीकर दो मेरे कोल ही चलते ने, छत दे सारे बंद ने। शायद पता नहीं मेरा माई खड़काउण दी उन्होंने गल समझ नहीं आ रही। जदों आवाज बराबर नहीं होवेगी तो इंज लगेगा जिवें कोई 80-90 साल का कोई बजुर्ग बोलता होवे। इस करके आवाज का एक बैलेंस बनाया जाता है। गुरु नानक देव पिता महाराज जिन्होंने कुछ सिद्धां जोगियां ने माड़ा भी बोलिया, क्योंकि बंदे ही माड़े सन। ये जिहड़े मैं शब्द आप जी नूं सुनाए निदार्थ ही ये है, इनू पल्ले बन लेना कि चंगा बंदा माड़ी गल नहीं कर सकता, माड़े बंदे कोलों चंगी गल की आस भी नहीं की जा सकती। इस करके वो माड़ा है।
ਚੰਗਾ ਇਸ ਕਰਕੇ ਚੰਗਾ ਹੈ ਵੀ ਉਹ ਮਾੜਾ ਨਹੀਂ ਕਰਦਾ, ਮਾੜਾ ਇਸ ਕਰਕੇ ਮਾੜਾ ਹੈ ਵੀ ਚੰਗਾ ਰੱਬ ਨੇ ਉਹਦੇ ਭਾਗਾਂ ਵਿੱਚ ਨਹੀਂ ਲਿਖਿਆ ਹੁੰਦਾ। ਇੱਥੇ ਗੁਰੂ ਗੋਰਖ ਜਿਹੜਾ ਹੈ ਉਹ ਸਤਿਗੁਰਾਂ ਦੇ ਨਾਲ ਵਾਰਤਾਲਾਪ ਕਰਦਾ ਹੈ। ਜਦੋਂ ਜੋਗੀ ਆਪਣੀਆਂ ਸਿੱਧੀਆਂ ਲੈ ਕੇ ਹਾਰ ਗਏ, ਸਿੱਧੀਆਂ ਦਾ ਅਰਥ ਹੁੰਦਾ ਹੈ ਸ਼ਕਤੀ। ਜਿਹੜਾ ਸਿੱਧ ਸ਼ਬਦ ਬੋਲਿਆ ਜਾਂਦਾ ਹੈ ਨਾ, ਉਹ ਸ਼ਕਤੀਆਂ ਦੇ ਮਾਲਕ ਤੋਂ ਬੋਲਿਆ ਜਾਂਦਾ ਹੈ। ਜਿਵੇਂ ਆਪਾਂ ਧਨੀ ਕਹਿੰਦੇ ਆ, ਧਨੀ ਜਿਹਦੇ ਕੋਲ ਧਨ ਹੋਵੇ, ਸਿੱਧ ਜਿਹਦੇ ਕੋਲ ਸਿੱਧੀਆਂ ਹੋਣ। ਤਾਂ ਫਿਰ ਇਹਨਾਂ ਨੇ ਇੱਕ ਯਤਨ ਕੀਤਾ ਕਿ ਸਤਿਗੁਰਾਂ ਨੂੰ ਬਹੁਤ ਬੇਸ਼ੁਮਾਰ ਧਨ ਦੌਲਤ ਵਿਖਾਈ, ਕਿਉਂਕਿ ਧਨ ਦੌਲਤ ਵੇਖ ਕੇ ਹਰ ਮਨੁੱਖ ਜਿਹੜਾ ਹੈ ਉਹ ਫਿਸਲ ਜਾਂਦਾ ਹੈ, ਗਿਰ ਜਾਂਦਾ ਹੈ। ਮਾਇਆ ਇੱਕ ਬਹੁਤ ਵੱਡਾ ਦੁਨੀਆ ਦੇ ਵਿੱਚ ਇੱਕ ਸ਼ਕਤੀ ਐਸੀ ਹੈ, ਮਾਇਆ ਦਾ ਬਲ ਇੱਕ ਐਸਾ ਬਲ ਹੈ, ਤੁਸੀਂ ਵੇਖ ਲਓ ਕਿ ਜਿਹੜਾ ਕੰਮ ਨਹੀਂ ਹੁੰਦਾ ਪੈਸਿਆਂ ਨਾਲ ਹੋ ਜਾਂਦਾ ਹੈ। ਪੈਸਿਆਂ ਨਾਲ ਹਰ ਚੀਜ਼ ਜਿਹੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਜਿਹੜਾ ਨਹੀਂ ਵਿਕਾਊ ਹੁੰਦਾ, ਜਦੋਂ ਉਹਦਾ ਡਬਲ ਟ੍ਰਿਪਲ ਮੁੱਲ ਪੈ ਜਾਏ ਉਹ ਵੀ ਵਿਕ ਜਾਂਦਾ ਹੈ। ਉਹ ਕਹਿੰਦਾ ਵਿੱਚੋਂ ਪਰਾ ਇਹੋ ਜਿਹੇ ਤੇ 3 ਘਰ ਬਣ ਜਾਣਗੇ। ਅਸੀਂ ਉਹ ਚੀਜ਼ ਵੇਚ ਦਿਆਂਗੇ ਜਦੋਂ ਉਹਦੀ ਸਾਨੂੰ 4 ਗੁਣਾ ਕੀਮਤ ਵੱਧ ਪ੍ਰਾਪਤ ਹੋਏਗੀ। ਤਾਂ ਇੱਥੇ ਉਹ ਵੀ ਜ਼ੋਰ ਨਹੀਂ ਚੱਲਿਆ। ਮੈਂ ਇੱਕ ਵਾਰ ਆਪ ਸਾਰਿਆਂ ਨੂੰ ਇਹ ਜਿਹੜਾ ਸਾਲ 2021 ਆਰੰਭ ਹੋਇਆ ਹੈ, ਉਸ ਦੀ ਲੱਖ ਲੱਖ ਵਧਾਈ ਦਿੰਦਾ ਹਾਂ। ਅਰਦਾਸ ਕਰਦਾ ਮਹਾਰਾਜ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਨਵਾਂ ਸਾਲ ਨਵਾਂ ਜੀਵਨ ਲੈ ਕੇ ਆਵੇ। ਅਸੀਂ ਕਰੋਨੇ ਦੀ ਮਹਾਮਾਰੀ ਤੋਂ ਬਚ ਜਾਈਏ। ਅੱਗੋਂ ਪਰਿਵਾਰਾਂ ਵਿੱਚ, ਕਾਰੋਬਾਰਾਂ ਵਿੱਚ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ। ਅਗਲੇ ਸਮੇਂ ਲਈ ਹੁਣ ਆਪਾਂ ਇਸ ਲੜੀ ਨਾਲ ਜੁੜੀਏ ਕਿ ਗੁਰੂ ਗੋਰਖ ਜਿਹੜਾ ਸੀ ਉਹ ਹਾਰ ਗਿਆ। ਜੋ ਉਹਦੇ ਢੰਗ ਤਰੀਕੇ ਸੀ ਅੱਜ ਤੱਕ ਲੋਕਾਂ ਨੂੰ ਆਪਣੇ ਵੱਲ ਵਰਗਲਾਉਣ ਦੇ, ਆਪਣਾ ਬਣਾਉਣ ਦੇ, ਲੋਕਾਂ ਨੂੰ ਯੋਗ ਮਤ ਦੇਣ ਦੇ, ਉਹ ਸਾਰੇ ਤਰੀਕੇ ਉਹਦੇ ਫੇਲ ਹੋ ਗਏ ਨੇ। ਇੱਥੋਂ ਅੱਜ ਦੀ ਕਥਾ ਆਰੰਭ ਹੈ। ਹਾਂਜੀ। ਮਨ ਮੋਖਕ ਬਿਲ ਬਾਸ਼ਨਾ, ਪਕਰੇ ਕੌਣ ਉਪਾਏ। ਮਨ ਮੋਖਕ ਬਿਲ ਬਾਸ਼ਨਾ, ਪਕਰੇ ਕੌਣ ਉਪਾਏ। ਅਗਲਾ ਅਧਿਆਇ ਸ਼ੁਰੂ ਹੋਣਾ ਹੈ। ਲਖਾਰੀ ਨੇ ਕਵੀ ਭਾਈ ਸੰਤੋਖ ਸਿੰਘ ਜੀ, ਉਹ ਅਗਲੀ ਕਥਾ ਲਿਖਣ ਤੋਂ ਪਹਿਲਾਂ ਰੱਬ ਦਾ ਮੰਗਲ ਕਰਦੇ ਨੇ, ਗੁਰੂ ਦਾ ਮੰਗਲ ਲਿਖਦੇ ਨੇ, ਆਪਣੇ ਇਸ਼ਟ ਨੂੰ ਧਿਆਉਂਦੇ ਨੇ, ਸਿਮਰਦੇ ਨੇ। ਹੁਣ ਕਹਿੰਦੇ ਨੇ ਕਿ ਜਿਹੜਾ ਮੇਰਾ ਮਨ ਹੈ ਇਹ ਚੂਹਾ ਹੈ, ਮੋਖਕ, ਤੇ ਵਾਸ਼ਨਾ ਦੀ ਬਿੱਲ ਵਿੱਚ ਰਹਿੰਦਾ ਹੈ, ਵਿਸ਼ੇ ਵਕਾਰਾਂ ਦੀ ਖੁੱਡ ਵਿੱਚ ਰਹਿੰਦਾ ਹੈ। ਮਨ ਮੇਰਾ ਚੂਹੇ ਵਰਗਾ ਹੈ, ਪਕੜੇ ਕੌਣ ਉਪਾਏ। ਵਿਸ਼ੇ ਵਕਾਰਾਂ ਦੀ ਖੁੱਡ ਵਿੱਚ ਵੜੇ ਮਨ ਨੂੰ ਕੌਣ ਪਕੜੇ, ਕੌਣ ਕੱਢੇ। ਇਹ ਚੂਹਾ ਕਿਵੇਂ ਕੰਟਰੋਲ ਹੋਵੇ ਬਈ। ਹਾਂਜੀ। ਭਾਰਤ ਸ਼੍ਰੀ ਗੁਰ ਪ੍ਰੇਮ ਪਗ, ਪਿਆਵੋ ਹਵੈ ਥਿਰ ਥਾਏ। ਕਵੀ ਜੀ ਕਹਿੰਦੇ ਨੇ ਹੁਣ ਮੈਨੂੰ ਸਮਝ ਆ ਗਈ
ਕਿ ਜਿਹੜੇ ਗੁਰੂ ਦੇ ਚਰਨ ਨੇ ਇਹ ਪਾਰੇ ਵਰਗੇ ਨੇ, ਮਰਕਰੀ ਵਰਗੇ। ਜੇ ਕਿਤੇ ਮਨ ਚੂਹੇ ਨੂੰ ਪਾਰਾ ਖਵਾ ਦਿੱਤਾ ਜਾਏ, ਇਹ ਪਾਰਾ ਪਿਆ ਦਿੱਤਾ ਜਾਏ, ਫਿਰ ਹਵੈ ਥਿਰ ਥਾਏ, ਕਹਿੰਦੇ ਪਕੜਨ ਦੀ ਲੋੜ ਹੀ ਨਹੀਂ, ਇੱਕ ਥਾਂ ਤੇ ਬਹਿ ਜਾਏਗਾ, ਕਿਉਂਕਿ ਇਹਦਾ ਸਰੀਰ ਭਾਰਾ ਹੋ ਜਾਏਗਾ, ਇਹ ਇੱਧਰ ਉੱਧਰ ਦੌੜੇਗਾ ਨਹੀਂ। ਵੇਖੋ, ਅਗਰ ਸਾਨੂੰ ਇਹ ਗੱਲ ਜੁਗਤੀ ਸਮਝ ਆ ਜਾਏ, ਗੱਲ ਹੈ ਕਿ ਮਨ ਨੂੰ ਕੰਟਰੋਲ ਕਿਵੇਂ ਕਰਨਾ ਹੈ। ਮਨ ਵਿਸ਼ੇ ਵਿਕਾਰਾਂ ਦੇ ਵਿੱਚ ਇੱਧਰ ਉੱਧਰ ਦੌੜਦਾ ਹੈ, ਇੱਧਰ ਉੱਧਰ ਭੱਜਦਾ ਹੈ। ਹੁਣ ਇੱਕ ਤਰੀਕਾ ਹੈ ਵੀ ਇਹਨੂੰ, ਜਿਵੇਂ ਸਾਡਾ ਸਿੱਧਾ ਹਿਸਾਬ ਹੈ, ਜਾਂ ਤੈਨੂੰ ਗੋਲੀ ਦੇ ਦਿਓ ਜਾਂ ਗੋਲੀ ਮਾਰ ਦਿਓ। ਕਵੀ ਜੀ ਕਹਿੰਦੇ ਦੋਵਾਂ ਦੀ ਲੋੜ ਕੋਈ ਨਹੀਂ, ਇਹਨੂੰ ਗੁਰੂ ਦਾ ਪਾਰਾ ਖਵਾ ਦਿਓ, ਭਾਵੇਂ ਨੂੰ ਗੁਰੂ ਦਾ ਗਿਆਨ ਦੇ ਦਿਓ, ਇਹ ਮਨ ਮੁੜ ਕੇ ਕਦੇ ਦੌੜੇਗਾ ਹੀ ਨਹੀਂ। ਮਨ ਕਦੇ ਮੁੜ ਕੇ ਵਿਸ਼ੇ ਵਿਕਾਰਾਂ ਦੇ ਵਿੱਚ ਜਾਵੇਗਾ ਹੀ ਨਹੀਂ। ਹਾਂਜੀ, ਪਚਹਾਰੇ ਸਭ ਹੀ ਜਬੈ, ਕਹਿ ਬਿਦ ਜੀਤ ਨ ਪਾਏ। ਇਹ ਸਾਰੇ ਸਿੱਧ ਜੋਗੀ ਹਾਰ ਗਏ, ਪਚ ਗਏ। ਇਹ ਸ਼ੇਖੂਪੁਰੇ ਦੀ ਬੋਲੀ ਹੈ ਵੀ ਹੁਣ ਤੋਂ ਪਚੀ ਹੋ ਕੇ ਬਹਿ ਗਿਆ, ਸ਼ਰਮਿੰਦਾ ਹੋ ਕੇ, ਸ਼ਰਮਸਾਰ ਹੋ ਕੇ। ਕਈ ਜਿਹੜੇ ਸ਼ਬਦ ਨੇ ਉਹ ਇਲਾਕਾਈ ਨੇ, ਉਹ ਵੱਖਰੇ ਵੱਖਰੇ ਇਲਾਕਿਆਂ ਵਿੱਚ ਹੀ ਬੋਲੇ ਜਾਂਦੇ ਨੇ। ਹੁਣ ਇੱਥੇ ਸ਼ਬਦ ਆਇਆ ਕਿ ਇਹ ਜਿਹੜੇ ਸੀ ਸਿੱਧ ਜੋਗੀ ਪਚੀ ਹੋ ਗਏ, ਸ਼ਰਮਸਾਰ ਹੋ ਗਏ। ਇਹਨਾਂ ਸਿੱਧ ਜੋਗੀਆਂ ਨੇ ਯਤਨ ਕੀਤਾ ਸੀ, ਪਰ ਪਚ ਹਾਰੇ ਸਭ ਹੀ ਜਬੈ। ਹਾਂਜੀ, ਗੋਰਖ ਚਿੰਤਾ ਤੁਰ ਭਇਓ, ਹੋਵਤ ਬਾਦ ਉਪਾਏ। ਜਿਹੜਾ ਜੋਗੀਆਂ ਦਾ ਗੁਰੂ ਸੀ ਉਹ ਬੜਾ ਚਿੰਤਤ ਹੋਇਆ ਕਿ ਜਿਹੜੇ ਉਪਾਅ ਕੀਤੇ ਨੇ ਉਹ ਸਾਰੇ ਵਿਅਰਥ ਹੋ ਗਏ। ਜਿਹੜੇ ਸਰੰਜਾਮ ਕੀਤੇ, ਜਿਹੜੀਆਂ ਕੋਸ਼ਿਸ਼ਾਂ ਕੀਤੀਆਂ, ਉਹ ਨਿਸਫਲ ਚਲੀਆਂ ਗਈਆਂ। ਕਦੇ ਹੋਇਆ ਨਹੀਂ ਸੀ ਇੱਦਾਂ ਕਿ ਸਿੱਧ ਜੋਗੀ ਕਿਸੇ ਨੂੰ ਚੇਲਾ ਬਣਾਉਣਾ ਚਾਹੁਣ ਤੇ ਉਹ ਨਾ ਬਣੇ। ਇਹ ਪਹਿਲੀ ਵਾਰੀ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਕੇਵਲ ਇਹ ਨਹੀਂ ਕਿ ਉਹਨਾਂ ਦੇ ਚੇਲੇ ਨਹੀਂ ਬਣੇ, ਉਸ ਤੋਂ ਵੱਡੀ ਗੱਲ ਕਿ ਹਰ ਗੱਲ ਵਿੱਚ ਜੋਗੀ ਹਾਰ ਗਏ। ਜਿੰਨੇ ਕੁ ਉਹਨਾਂ ਨੇ ਯਤਨ ਕੀਤੇ, ਸਾਰੇ ਯਤਨਾਂ ਵਿੱਚ ਉਹ ਹਾਰੇ ਨੇ। ਹਾਂਜੀ, ਬਹਰੋ ਸਰਬ ਸਿੱਧ ਮਿਲ ਆਏ, ਜੇ ਸਕਤਨ ਯੁਤ ਹੋਤੈ ਉਪਲਾਏ। ਇਹ ਜਿਹੜੇ ਸਿੱਧ ਜੋਗੀ ਸ਼ਕਤੀਆਂ ਰੱਖਦੇ ਸਨ, ਜਿਹੜੇ ਕਦੇ ਗੁਰੂ ਪਾਤਸ਼ਾਹ ਦੇ ਸਾਹਮਣੇ ਉੱਡੇ ਵੀ ਸਨ, ਉਹਨਾਂ ਨੇ ਆਪਣੀ, ਕਿਸੇ ਨੇ ਬੈਰਾਗਣ, ਕਿਸੇ ਨੇ ਆਪਣੀ ਕੰਨ ਦੀ ਮੁੰਦਰਾ, ਕਿਸੇ ਨੇ ਡੰਡਾ, ਕਿਸੇ ਨੇ ਖਿੰਥਾ, ਕਿਸੇ ਨੇ ਮੰਗਣ ਵਾਲਾ ਖੱਪਰ, ਕਿਸੇ ਨੇ ਆਪਣੀ ਮ੍ਰਿਗਸ਼ਾਲਾ ਉਡਾਈ ਸੀ। ਉਹ ਸਾਰੇ ਗੁਰੂ ਗੋਰਖ ਦੇ ਕੋਲ ਇਕੱਠੇ ਹੋ ਗਏ। ਹਾਂਜੀ, ਗੋਰਖ ਜੈ ਬੇਦੀ ਕੁਲ ਦੀਪਾ, ਵੈਸੇ ਸਭ ਤੈ ਹੋਏ ਸਮੀਪਾ। ਜਿੱਥੇ ਗੁਰੂ ਗੋਰਖ ਬੈਠਾ ਸੀ ਉੱਥੇ ਇਹ ਸਾਰੇ ਇਕੱਠੇ ਹੋ ਕੇ ਬੈਠੇ, ਬੜੇ ਚਿੰਤਤ ਨੇ, ਬੜਾ ਚਿੰਤਾ ਦਾ ਵਿਸ਼ਾ ਹੈ। ਵੇਖੋ, ਜਦੋਂ ਅਸੀਂ ਸਮਾਜਿਕ ਜ਼ਿੰਦਗੀ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਇੱਕ ਚਿੰਤਾ ਹੁੰਦੀ। ਸਵਾਲ ਇਹ ਨਹੀਂ ਹੁੰਦਾ ਕਿ ਕੋਈ ਆਦਮੀ ਸਾਡੇ ਤੋਂ ਹਾਰ ਨਹੀਂ ਰਿਹਾ, ਸਵਾਲ ਇਹ ਹੈ ਕਿ ਜੇ ਹਾਰ ਨਹੀਂ ਰਿਹਾ ਤੇ ਇੱਕ ਦਿਨ ਸਾਡੇ ਤੋਂ ਅੱਗੇ ਲੰਘ ਜਾਏਗਾ। ਜਿੱਦਨ ਅੱਗੇ ਲੰਘੇਗਾ ਫਿਰ ਕੀ ਹੋਏਗਾ? ਫਿਰ ਸਾਰੀ ਦੁਨੀਆ ਇਹਦੇ ਮਗਰ ਤੁਰੇਗੀ, ਸਾਡੇ ਮਗਰ ਕੌਣ ਤੁਰੇਗਾ? ਵੇਖੋ, ਇਹ ਤਾਂ ਗੱਲ ਅਸੀਂ ਮੰਨਦੇ ਹਾਂ ਨਾ ਕਿ ਦੁਨੀਆ ਪਾਵਰ ਨਾਲ ਚੱਲਦੀ ਹੈ। ਤੁਸੀਂ ਵੇਖਿਆ, ਬਿਨਾਂ ਪਾਵਰ ਤੋਂ ਪੱਖਾ ਨਹੀਂ ਚੱਲਦਾ, ਲਾਈਟ ਨਹੀਂ ਚੱਲਦੀ, ਬਿਨਾਂ ਪਾਵਰ ਤੋਂ ਕੋਈ ਕੰਮ ਨਹੀਂ ਹੁੰਦਾ।
ਈਵਨ ਘੜੀ ਵੀ ਸੈੱਲ ਪਾਓਗੇ ਤਾਂ ਚੱਲੇਗੀ, ਉਹਨੂੰ ਵੀ ਪਾਵਰ ਦਿਓ ਕਿ ਤਾਂ ਚੱਲੇਗੀ ਭਾਈ। ਸ਼ਕਤੀ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ। ਹਾਂ, ਉਹ ਸ਼ਕਤੀ ਤੁਸੀਂ ਕਿਹੜੀ ਮੰਨਦੇ ਹੋ? ਪੈਸੇ ਦੀ ਮੰਨਦੇ ਹੋ, ਕਿਸੇ ਦੀ ਤਲਵਾਰ ਦੀ ਮੰਨਦੇ ਹੋ, ਕਿਸੇ ਦੀ ਰਾਜ ਸ਼ਕਤੀ ਨੂੰ ਮੰਨਦੇ ਹੋ? ਇਹ ਹੁਣ ਤੁਹਾਡੀ ਮਰਜ਼ੀ ਹੈ ਕਿ ਕਿਸੇ ਦੀ ਰਿਧੀਆਂ ਸਿੱਧੀਆਂ ਦੀ ਸ਼ਕਤੀ ਨੂੰ ਮੰਨਦੇ ਹੋ। ਤੇ ਜਿਹੜੀ ਅੱਜ ਕੱਲ੍ਹ ਉਹ ਅਡਾਨੀ ਅੰਬਾਨੀ ਹੋਰੀ ਚਲਾ ਰਹੇ ਨੇ, ਉਹਨਾਂ ਕੋਲ ਪੈਸੇ ਦੀ ਸ਼ਕਤੀ, ਪ੍ਰਧਾਨ ਮੰਤਰੀ ਵੀ ਚੱਲੀ ਜਾਂਦਾ। ਦੇਖੋ ਨਾ, ਹੱਦ ਹੋ ਗਈ ਹੈ। ਇਹ ਕਦੇ ਕਹਿੰਦੇ ਹੁੰਦੇ ਸੀ ਕਿ ਨਾਚ ਮੇਰੀ ਬੁਲਬੁਲ ਪੈਸਾ ਮਿਲੇਗਾ, ਉਹ ਐਸਾ ਪੈਸਾ ਮਿਲ ਰਿਹਾ ਵੀ ਹਰ ਬੰਦਾ ਹੀ ਨੱਚੀ ਜਾਂਦਾ। ਸ਼ਬਦ ਤਾਂ ਪੜ੍ਹਦੇ ਸੀ ਆਪਾਂ ਕਿ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। ਮਿੱਟੀ ਦੇ ਪੁਤਲੇ ਨੱਚਦੇ ਸੀ, ਪਰ ਇੱਥੇ ਸੱਤਾਧਾਰੀ ਵੀ ਨੱਚਣਗੇ, ਵੱਡੇ ਵੱਡੇ ਨੇਤਾ ਆਗੂ ਵੀ ਨੱਚਣਗੇ। ਇਹ ਸ਼ਾਇਦ ਕਿਸੇ ਨੇ ਸੋਚਿਆ ਤੱਕ ਵੀ ਨਹੀਂ ਸੀਗਾ ਕਿ ਇਦਾਂ ਵੀ ਹੋ ਸਕਦਾ ਹੈ। ਹੁਣ ਤੁਸੀਂ ਸ਼ਕਤੀ ਕਿਹਨੂੰ ਸਮਝਦੇ ਹੋ? ਇਹ ਤੁਹਾਡੀ ਆਪਣੀ ਸਥਾਨਕ, ਤੁਹਾਡੀ ਆਪਣੀ ਸੋਚ ਹੈ ਕਿ ਕਿਸੇ ਦੀ ਅਕਲ ਦੀ ਤਾਕਤ ਨੂੰ ਮੰਨਦੇ ਹੋ, ਕਿਸੇ ਦੀ ਸਰੀਰ ਦੀ ਤਾਕਤ ਨੂੰ ਮੰਨਦੇ ਹੋ, ਕਿਸੇ ਦੀ ਸੱਤਾ ਦੀ ਤਾਕਤ ਨੂੰ ਮੰਨਦੇ ਹੋ, ਕਿਸੇ ਦੇ ਪੈਸੇ ਦੀ ਤਾਕਤ ਨੂੰ ਮੰਨਦੇ ਹੋ। ਤੁਸੀਂ ਸਿੱਧ ਜੋਗੀ ਥੱਕ ਗਏ, ਹਾਰ ਗਏ, ਪਚੀ ਹੋ ਗਏ ਕਿ ਜੋ ਅੱਜ ਤੱਕ ਉਹਨਾਂ ਨੇ ਢੰਗ ਤਰੀਕੇ ਵਰਤੇ ਨੇ ਉਹ ਉਹਨਾਂ ਦੇ ਫੇਲ ਹੋ ਗਏ। ਹਾਂਜੀ। ਕਿਤਕ ਦੇਰ ਤੋਸ਼ ਨਹੀਂ ਰਹੇ, ਪੁਨ ਵਿਚਾਰ ਗੋਰਖ ਬਚ ਕਹੇ। ਕੁਛ ਸਮਾਂ ਸਾਰੇ ਫਿਰ ਚੁੱਪ ਕਰ ਗਏ। ਕੁਝ ਸਮਾਂ ਚੁੱਪ ਕਰਨ ਤੋਂ ਬਾਅਦ ਜਿਹੜਾ ਜੋਗੀਆਂ ਦਾ ਗੁਰੂ ਗੋਰਖ ਹੈ, ਉਹਨੇ ਬੋਲਣਾ ਸ਼ੁਰੂ ਕੀਤਾ। ਹਾਂਜੀ। ਮਾਨੋ ਮਨ ਮੈਂ ਬਾਣੀ ਮੇਰੀ, ਸੁਣੋ ਕਾਨ ਦੇ ਕਹੋ ਬਹੋਰੀ। ਇਸ ਗੁਰੂ ਗੋਰਖ ਨੇ ਫਿਰ ਗੁਰੂ ਨਾਨਕ ਸਾਹਿਬ ਨੂੰ ਕਿਹਾ, ਕਹਿਣ ਲੱਗਾ, ਨਾਨਕ ਤੱਪਾ ਜੀ, ਮੇਰੀ ਬਾਣੀ ਮੰਨ ਲਓ, ਮੇਰੀ ਗੱਲ ਮੰਨ ਲਓ। ਜੇ ਤੁਸੀਂ ਮੇਰੀ ਗੱਲ ਮੰਨੋਗੇ, ਜੇ ਤੁਸੀਂ ਮੇਰੀ ਬੇਨਤੀ ਮੰਨ ਲਓਗੇ, ਸੁਣੋ ਕਾਨ ਦੇ ਕਹੋ ਬਹੋਰੀ। ਤੇ ਜੇ ਤੁਸੀਂ ਕਹੋ ਕਿ ਮੈਂ ਕੀ ਕਿਹਾ, ਤੁਸੀਂ ਸਮਝਿਆ ਨਹੀਂ ਜਾਂ ਸੁਣਿਆ ਨਹੀਂ, ਤੇ ਮੈਂ ਦੁਬਾਰਾ ਕਹਿ ਦਿਆਂ। ਜੇ ਤੁਸੀਂ ਕਹੋ ਤਾਂ ਮੈਂ ਦੁਬਾਰਾ ਕਹਿ ਦਿੰਦਾ, ਫਿਰ ਸੁਣ ਲਓ। ਪਰ ਇੰਜ ਕਰੋ ਕਿ ਤੁਸੀਂ ਮੇਰੀ ਗੱਲ ਮੰਨ ਲਓ। ਹਾਂਜੀ। ਸਭ ਸਿੱਧਨ ਕੋ ਆਦਪਤ ਬਣੀਏ, ਸਭ ਪਰ ਨਿਜ ਆਇਸ ਕੋ ਪਣੀਏ। ਤੁਸੀਂ ਏਦਾਂ ਕਰੋ, ਜੋਗੀ ਬਣ ਜਾਓ, ਕੰਨਾਂ ਵਿੱਚ ਮੁੰਦਰਾ ਪਾ ਲਓ, ਸਰੀਰ ਦੇ ਉੱਤੇ ਸੁਆਹ ਮਲ ਲਓ, ਨਗੇਜ ਢੱਕਣ ਵਾਸਤੇ ਲੰਗੋਟੀ ਲਾ ਲਓ, ਬਰਾਗਣ ਡੰਡਾ ਇਹ ਫੜ ਲਓ, ਤੇ ਮੇਰਾ ਤੁਹਾਡਾ ਵਾਅਦਾ ਰਿਹਾ ਕਿ ਮੇਰੇ ਤੋਂ ਬਾਅਦ ਜੋਗੀਆਂ ਦੇ ਵਿੱਚ ਸਭ ਤੋਂ ਵੱਡੀ ਪਦਵੀ ਤੁਹਾਡੀ ਹੋਏਗੀ। ਇਹ ਕਥਾ ਸੁਣਦਿਆਂ ਇੰਜ ਲੱਗਦਾ ਵੀ ਆਪਾਂ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਖਲੋਤੇ ਆ, ਵੇਖ ਰਹੇ ਆ ਕਿ ਉਹ ਛੋਟੇ ਛੋਟੇ ਗੁਰੂ ਕੇ ਲਾਲਾ ਨੂੰ ਲਾਲਚ ਦੇ ਰਿਹਾ ਵੀ ਡੋਲੇ ਲੈ ਲਓ ਜੀ, ਨਵਾਬੀਆਂ ਲੈ ਲਓ ਜੀ, ਸੂਬੇਦਾਰੀਆਂ ਲੈ ਲਓ ਜੀ, ਤੁਸੀਂ ਉਮਰਾਵ ਬਣ ਜਾਓ, ਯੋਧੇ ਬਣ ਜਾਓ, ਪਰ ਮੁਸਲਮਾਨ ਜ਼ਰੂਰ ਬਣ ਜਾਓ। ਹੁਣ ਦੱਸੋ ਕੀ ਫਰਕ ਹੈ? ਮੈਂ ਆਪ ਜੀ ਨੂੰ ਫਿਰ ਬੇਨਤੀ ਕਰਾਂ, ਅੱਜ ਦੀ ਕਥਾ ਤੋਂ ਇੱਕ ਗੱਲ ਸਿੱਖ ਲੈਣਾ ਕਿ ਜੇ ਤੁਸੀਂ ਸਿਰਫ ਇੱਕੋ ਹੀ ਲਾਲਚ ਲੈ ਕੇ ਤੁਰੇ ਵੀ ਹਰ ਬੰਦਾ ਮੇਰੀ ਪਾਰਟੀ 'ਚ ਹੋਣਾ ਚਾਹੀਦਾ, ਮੇਰੇ ਹੀ ਧਰਮ ਵਿੱਚ ਹੋਣਾ ਚਾਹੀਦਾ, ਮੇਰੇ ਹੀ ਕਹਿਣੇ 'ਚ ਹੋਣਾ ਚਾਹੀਦਾ, ਮੇਰੇ ਹੀ ਮਗਰ ਹੋਣਾ ਚਾਹੀਦਾ, ਤੇ ਫਿਰ ਤੁਹਾਡੇ ਤੇ ਔਰੰਗਜ਼ੇਬ ਵਿੱਚ ਕੋਈ ਫਰਕ ਨਹੀਂ ਹੈਗਾ। ਜਦੋਂ ਰੱਬ ਨੇ ਕਿਸੇ ਨੂੰ ਕਿਸੇ ਵਰਗਾ ਨਹੀਂ ਪੈਦਾ ਕੀਤਾ ਤੇ ਆਪਾਂ ਕਿਉਂ ਇਸ ਕੋਸ਼ਿਸ਼ ਵਿੱਚ ਲੱਗੇ ਹੋਏ ਆ? ਵੇਖੋ, ਸਾਰੀ ਉਮਰ ਇਸੇ ਗੱਲ ਦੇ ਵਿੱਚ ਇੱਕ ਘਰ ਬਰਬਾਦ ਹੋ ਜਾਂਦਾ ਹੈ। ਘਰ ਵਾਲੀ ਕਹਿੰਦੀ ਵੀ ਘਰ ਵਾਲਾ ਮੇਰੇ ਮਗਰ ਚੱਲੇ, ਉਹਨੇ ਕੋਈ ਬਾਬਾ ਨਹੀਂ ਛੱਡਣਾ।
ਜਿਹੜੇ ਬਾਬੇ ਦੇ ਜਾ ਕੇ ਉਹਨੇ ਵੀਰਵਾਰ ਮੰਗਲਵਾਰ ਸ਼ਨੀਵਾਰ ਦਾਣੇ ਨਹੀਂ ਪਾਉਣੇ, ਇਸੇ ਤਰ੍ਹਾਂ ਘਰ ਵਾਲੇ ਦੀ ਸਾਰੀ ਉਮਰ ਲੱਗ ਜਾਂਦੀ ਹੈ। ਉਹ ਸਾਰੀ ਉਮਰ ਹੀ ਜੁੱਤੀ ਹੱਥ 'ਚ ਫੜੀ ਰੱਖਦਾ ਵੀ ਇਹਨੂੰ ਜਨਾਨੀ ਨੂੰ ਮੈਂ ਆਪਣੇ ਮਗਰ ਤੋਰ ਕੇ ਵਿਖਾਉਣਾ ਹੈ। ਮਤਲਬ ਸਨਮਾਨ ਨਹੀਂ ਕਰਨਾ ਇੱਕ ਦੂਜੇ ਦਾ। ਵੀ ਜਦੋਂ ਰੱਬ ਨੇ ਤੁਹਾਡੀ ਸ਼ਕਲ ਇੱਕ ਵਰਗੀ ਨਹੀਂ ਕੀਤੀ, ਅਕਲ ਇੱਕ ਵਰਗੀ ਨਹੀਂ ਕੀਤੀ, ਤੁਹਾਡੇ ਹੱਥ ਪੈਰ ਇੱਕ ਵਰਗੇ ਨਹੀਂ ਕੀਤੇ, ਤੇ ਆਪਾਂ ਕਿਉਂ ਇਸ ਗੱਲ ਦੇ ਯਤਨ ਵਿੱਚ ਲੱਗੇ ਹੋਏ ਆ? ਇਹਦਾ ਅਰਥ ਕੀ ਹੈ? ਇਹਦਾ ਅਰਥ ਹੈ ਕਿ ਸਾਨੂੰ ਇੱਕ ਦੂਜੇ ਨਾਲ ਰਹਿਣਾ ਸਿੱਖਣਾ ਚਾਹੀਦਾ, ਇੱਕ ਦੂਜੇ ਨੂੰ ਅਧੀਨ ਕਰਨ ਤੇ ਜ਼ੋਰ ਨਹੀਂ ਲਾਉਣਾ ਚਾਹੀਦਾ। ਸਾਡੀ ਸਾਰੀ ਉਮਰ ਇਸੇ ਗੱਲ 'ਚ ਜਠਾਣੀ ਦਰਾਣੀ ਨੂੰ ਦਬਾਉਣ ਤੇ ਲੱਗੀ ਰਹੀ, ਦਰਾਣੀ ਜਠਾਣੀ ਤੇ ਓਵਰ ਰੂਲਿੰਗ ਤੇ ਲੱਗੀ ਰਹੀ। ਇਹ ਕੰਮ ਸਾਡੇ ਚਾਚੇ ਤਾਇਆਂ ਦੇ ਵਕਤ ਹੁੰਦਾ ਸੀ, ਤਾਈਆਂ ਚਾਚੀਆਂ ਇਹ ਕੁਝ ਕਰਦੀਆਂ ਰਹੀਆਂ, ਅੱਗੋਂ ਸਾਡੀਆਂ ਵਹੁਟੀਆਂ ਤੇ ਭਰਜਾਈਆਂ ਨੇ ਇਹ ਕੰਮ ਸ਼ੁਰੂ ਕਰ ਲਿਆ, ਅੱਗੋਂ ਸਾਡੀਆਂ ਨੂੰਹਾਂ ਨੇ ਕਰ ਲੈਣਾ। ਆਪਣੀ ਤਾਂ ਸਾਰੀ ਉਮਰ ਹੀ ਇਸੇ 'ਚ ਲੰਘ ਜਾਣੀ ਹੈ। ਕਦੋਂ ਅਸੀਂ ਇੱਕ ਦੂਜੇ ਦਾ ਸਨਮਾਨ ਸਿੱਖਾਂਗੇ ਕਿ ਨਹੀਂ ਸਾਨੂੰ ਸਾਰਿਆਂ ਨੂੰ ਬਰਾਬਰਤਾ ਨਾਲ ਰਹਿਣਾ ਚਾਹੀਦਾ ਹੈ? ਅੱਜ ਤੁਸੀਂ ਵੇਖੋ ਕਿ ਹਰ ਵਿਅਕਤੀ ਕੈਨੇਡਾ ਅਮਰੀਕਾ ਜਾਂਦਾ, ਮੁੜ ਕੇ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਵੈਸੇ ਕਹਿੰਦੇ ਨੇ, ਮੇਰੀ ਗੱਲ ਹੈ ਤੇ ਬੜੀ ਹਾਸਰਸ ਹੈ, ਕਹਿੰਦੇ ਵੀ ਬੰਦਾ ਅਮਰੀਕਾ ਜਾ ਕੇ ਕਹਿੰਦਾ ਹੈ ਵੀ ਮੈਂ ਕਿਉਂ ਆਇਆ, ਤੇ ਇਸਤਰੀ ਉੱਥੇ ਜਾ ਕੇ ਕਹਿੰਦੀ ਵੀ ਮੈਂ ਪਹਿਲਾਂ ਕਿਉਂ ਨਹੀਂ ਆਈ। ਵੀ ਜੇ ਇਕੱਠੇ ਬਹਿ ਕੇ ਮਟਰ ਕੱਢੇ ਜਾ ਸਕਦੇ ਸੀ ਤੇ ਮੈਨੂੰ ਪਹਿਲਾਂ ਅਮਰੀਕਾ ਆ ਜਾਣਾ ਚਾਹੀਦਾ ਸੀ। ਜੇ ਇਕੱਠੇ ਘਰ ਦੀ ਸਫਾਈ ਹੋ ਸਕਦੀ ਹੈ, ਜੇ ਇਕੱਠੇ ਘਰ ਦੇ ਵਿੱਚ ਪਕੌੜੇ ਕੱਢੇ ਜਾ ਸਕਦੇ ਨੇ, ਵੀ ਤੂੰ ਵੇਸਣ ਘੋਲ ਤੇ ਮੈਂ ਗੰਢੇ ਚੀਰਦਾ, ਤੇ ਫਿਰ ਮੈਨੂੰ ਅਮਰੀਕਾ ਪਹਿਲਾਂ ਆ ਜਾਣਾ ਚਾਹੀਦਾ ਸੀ। ਅਸੀਂ ਉੱਥੇ ਜਾ ਕੇ ਇਦਾਂ ਹੀ ਕਰਦੇ ਆ। ਤੁਸੀਂ ਹੈਰਾਨ ਹੋਵੋਗੇ, ਉੱਥੇ ਨੌਕਰ ਨੌਕਰ ਹੈ, ਮਾਲਕ ਮਾਲਕ ਹੈ, ਪਰ ਜਦੋਂ ਉਹ ਦਫ਼ਤਰ ਦੇ ਵਿੱਚ ਆਉਂਦੇ ਨੇ, ਜਿਹੋ ਜੀ ਗੱਡੀ ਵਿੱਚ ਮਾਲਕ ਜਾ ਰਿਹਾ ਉਹੋ ਜੀ ਗੱਡੀ ਮਗਰ ਨੌਕਰ ਲੈ ਕੇ ਆ ਰਿਹਾ। ਉੱਥੇ ਕੋਈ ਕਿਸੇ ਨੂੰ ਦਬਾਉਂਦਾ ਨਹੀਂ ਹੈ। ਉੱਥੇ ਮੈਂ ਕਿ ਇਹ ਵਾਰੀ ਚਲਾਨ ਕੱਟਦਾ ਵੇਖਿਆ, ਮੈਂ ਖੁਦ ਉਸ ਗੱਡੀ 'ਚ ਬੈਠਾ ਸੀ, ਪੁਲਿਸ ਵਾਲਾ ਆਇਆ, ਉਹਨੇ ਕਿਹਾ ਸਾਰਾ ਆਪਣਾ ਲਾਇਸੈਂਸ ਦਿਓ। ਉਹਨੇ ਵਿਚਾਰੇ ਨੇ ਬਥੇਰਾ ਕਿਹਾ ਵੀ ਗਿਆਨੀ ਜੀ ਨਾਲ ਨੇ, ਅਸੀਂ ਅੱਗੇ ਜਾਣਾ ਸੀ, ਕਥਾ ਹੈ ਉੱਥੇ, ਸਿੱਖ ਟੈਂਪਲ ਹੈ, ਉੱਥੇ ਇਹਨਾਂ ਨੇ ਕੋਈ ਸਪੀਚ ਕਰਨੀ, ਇਹਨਾਂ ਦਾ ਲੈਕਚਰ ਹੈ, ਅਸੀਂ ਲੇਟ ਸੀਗੇ। ਉਹਨੇ ਇੱਕੋ ਗੱਲ ਕੀ, ਉਹਨੇ ਕਿਹਾ ਸਰ ਨੋ ਵਰੀ ਕੁਛ ਨਹੀਂ ਕੀਤਾ ਉਹਨੇ। ਜਦੋਂ ਚਲਾ ਗਿਆ, ਲਾਇਸੈਂਸ ਵੀ ਫੜਾ ਗਿਆ, ਨਾਲ ਇੱਕ ਚਿੱਟ ਵੀ ਫੜਾ ਗਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ 400 ਦਾ ਚਲਾਨ ਕੱਟ ਗਿਆ। ਤੇ ਸਾਡੇ ਹੁੰਦਾ ਤੇ ਚਲਾਨ ਰੁਪਈਏ ਦਾ ਨਹੀਂ ਸੀ ਕੱਟਣਾ, ਗਾਲਾਂ 400 ਦੀ ਉਹਨੇ ਜ਼ਰੂਰ ਕੱਢ ਦੇਣੀਆਂ ਸੀ। ਅੰਨਾ ਹੋਇਆ, ਤੈਨੂੰ ਦੀਦਾ ਨਹੀਂ, ਤੂੰ ਕਿਸੇ ਦੀ ਜਾਨ ਲੈ ਲੈਣੀ ਸੀ, ਤੂੰ ਓਵਰ ਸਪੀਡ ਜਾ ਰਿਹਾ ਸੀ। ਮਤਲਬ ਤੁਸੀਂ ਵੇਖੋ ਵੀ ਚਲਾਨ ਵੀ ਕੱਟ ਗਿਆ, ਪਰ ਮੈਂ ਨਾਲ ਬੈਠਾ, ਉਹਨੇ ਡਰਾਈਵਰ ਦੀ ਬੇਇੱਜ਼ਤੀ ਨਹੀਂ ਕੀਤੀ। ਹੁਣ ਇਹ ਚੀਜ਼ ਆਪਾਂ ਇੱਥੇ ਕਦੋਂ ਲੈ ਕੇ ਆਵਾਂਗੇ? ਇੱਥੇ ਤੇ ਅਸੀਂ ਦੋ ਚੀਜ਼ਾਂ ਚੋਂ ਨਿਕਲ ਹੀ ਨਹੀਂ ਪਾ ਰਹੇ, ਇੱਕ ਸਟੇਟਸ ਹੈ ਤੇ ਇੱਕ ਪਾਵਰ ਹੈ। ਹਰ ਬੰਦੇ ਨੂੰ ਆਪਣੇ ਸਟੇਟਸ ਦਾ ਫਿਕਰ ਹੈ, ਹਰ ਬੰਦਾ ਪਾਵਰ ਆਪਣੇ ਕੋਲ ਰੱਖਣੀ ਚਾਹੁੰਦਾ ਹੈ। ਮਤਲਬ ਮਹੱਲੇ 'ਚ ਕੋਈ ਪੁੱਛੇ ਨਾ ਪੁੱਛੇ, ਉਹਨੇ ਘਰ ਦਿਆਂ ਜੀਆਂ ਦਾ ਹੀ ਵਾਹਣ ਕੀਤਾ ਹੁੰਦਾ ਆਪਣੀ ਪਾਵਰ ਵਿੱਚ। ਸਭ ਸੂਲੀ ਟੰਗੇ ਹੁੰਦੇ ਨੇ, ਜਿਵੇਂ ਉਹ ਤੁਸੀਂ ਵੇਖਿਆ ਨਾ ਵਿਆਹ ਸ਼ਾਦੀਆਂ ਤੇ ਉਹ ਪਨੀਰ ਉਹਨਾਂ ਨੇ ਸਲਾਈਆਂ 'ਚ ਪਾਇਆ ਹੁੰਦਾ, ਸਿੱਖਾਂ ਜੀਆਂ 'ਚ ਪਾਈਨਐਪਲ ਕੱਟ ਕੇ ਪਾਇਆ ਹੁੰਦਾ। ਇਹਦਾ ਕੱਲਾ ਜੀ ਸੀਖ ਦੇ ਵਿੱਚੋਂ ਲੰਘਾਇਆ ਹੁੰਦਾ ਵੀ ਕਿਤੇ ਇਹ ਚੱਜ ਨਾਲ ਕਿਤੇ ਘਰ ਦੇ ਬਹਿ ਨਾ ਜਾਣ ਜੀ। ਗੁਰੂ ਗੋਰਖ ਜਿਹੜਾ ਹੈ ਉਹ ਸਾਡੇ ਤੋਂ ਅੱਗੇ ਨਹੀਂ ਗਿਆ, ਇੱਥੇ ਅਸੀਂ ਖਲੋਤੇ ਹਾਂ। ਹਰ ਬੰਦਾ ਮੇਰੇ ਮਗਰ ਚੱਲਣਾ ਚਾਹੀਦਾ ਜੀ, ਹਰ ਬੰਦੇ ਨੂੰ ਮੇਰੀ ਗੱਲ ਮੰਨਣੀ ਚਾਹੀਦੀ ਹੈ ਜੀ। ਇਹ ਕਹਿਣ ਲੱਗਾ ਜੀ ਤੁਹਾਨੂੰ ਉੱਚੀ ਪਦਵੀ ਦੇ ਦਿਆਂਗਾ, ਸਭ ਸਿੱਧਨ ਕੋ ਅਧ ਭਤ ਬਨਿਓ, ਸਭ ਪਰ ਨਿਜ ਆਇਸ ਕੋ ਭਨੀਐ।
ਮੇਰੇ ਤੋਂ ਬਾਅਦ ਸਾਰਿਆਂ ਦੇ ਉੱਪਰ ਤੁਹਾਡੀ ਆਗਿਆ ਜਿਹੜੀ ਹੈ, ਤੁਹਾਡਾ ਹੁਕਮ ਜਿਹੜਾ ਹੈ ਉਹ ਲਾਗੂ ਹੋਏਗਾ। ਹਾਂਜੀ। ਮੁੰਦਾ ਪਹਿਰੋ ਝੋਲੀ ਲੀਜੈ, ਅੰਗ ਵਿਭੂਤ ਮਰਨ ਕੋ ਕੀਜੈ। ਇਸ ਕਰਕੇ ਕੰਨਾਂ ਵਿੱਚ ਮੁੰਦਰਾਂ ਪਾ ਲਓ, ਗਲ ਵਿੱਚ ਝੋਲੀ ਪਾ ਲਓ, ਸਰੀਰ ਦੇ ਉੱਪਰ ਆਪਣੇ ਵਿਭੂਤੀ ਸੁਆਹ ਮੜ ਲਓ। ਹਾਂਜੀ। ਖਿੰਥਾ ਆਪਣੀ ਨਹਿ ਹੰਡਾਵੋ, ਸਿੱਧ ਜਮਾਤੀ ਮਹਿ ਅਬ ਆਵੋ। ਤੁਸੀਂ ਖਿੰਥਾ ਆਪਣੇ ਸਰੀਰ ਤੇ ਝੋਲੀ ਧਾਰਨ ਕਰਨੀ ਹੈ ਤੇ ਸਿੱਧਾਂ ਦੀ ਜਮਾਤ ਵਿੱਚ ਆ ਜਾਓ। ਅੱਜ ਤੋਂ ਬਾਅਦ ਤੁਸੀਂ ਨਾਨਕ ਤੱਪਾ ਨਹੀਂ ਕਹਿਣਾ, ਤੁਸੀਂ ਆਪਣੇ ਆਪ ਨੂੰ ਨਾਨਕ ਜੋਗੀ ਕਹਿਣਾ ਹੈ, ਜਾਂ ਨਾਨਕ ਨਾਥ ਕਹਿਣਾ ਹੈ, ਜਾਂ ਦੁਨੀਆ ਤੁਹਾਨੂੰ ਸਿੱਧ ਨਾਨਕ ਕਵੇ। ਹੁਣ ਇਹ ਉਹਦੀ ਇੱਛਾ ਵੀ ਇਸ ਨਾਂ ਦੇ ਨਾਲ ਬੁਲਾਇਆ ਜਾਏ। ਹਾਂਜੀ। ਲਿਹੋ ਭੰਡਾਰਾ ਹਮ ਤੇ ਖਾਵੋ, ਸਿੰਘੇ ਮੁਖ ਤੇ ਨਾਦ ਬਜਾਵੋ। ਤੇ ਫਿਰ ਸਾਡੇ ਕੋਲੋਂ ਭੋਜਨ ਖਾ ਲਓ। ਭਾਵੇਂ ਜਦੋਂ ਤੁਸੀਂ ਸਾਡੀ ਪਕਾਈ ਰੋਟੀ ਖਾ ਲੋਗੇ ਤੇ ਸਾਡੇ ਵਰਗੇ ਹੋ ਜਾਓਗੇ। ਤੇ ਸਿੰਗੀ ਲੈ ਲਓ, ਮੁਖ ਤੋਂ ਨਾਦ ਵਜਾਓ। ਸਿੰਗੀ ਲੈ ਕੇ ਉਹਦੇ ਨਾਲ ਸੰਗੀਤ ਦੀ ਧੁਨੀ ਉਠਾਓ। ਹਾਂਜੀ। ਹਾਥ ਬਿਖੈ ਡੰਡਾ ਗਹੋ, ਕਰ ਸਿੱਧਨ ਪ੍ਰਤੀਤ। ਆਪਣੇ ਹੱਥ ਵਿੱਚ ਡੰਡਾ ਪਕੜ ਲਓ, ਕਰ ਸਿੱਧਨ ਪ੍ਰਤੀਤ। ਸਿੱਧਾਂ ਦੇ ਵਿੱਚ ਆਪਣੀ ਪ੍ਰਤੀਤ ਰੱਖੋ, ਡੰਡਾ ਹੱਥ ਵਿੱਚ ਫੜੋ ਤੇ ਸ਼ਕਤੀਆਂ ਦੇ ਵਿੱਚ ਭਰੋਸਾ ਰੱਖੋ ਕਿ ਤੁਹਾਡੇ ਕੋਲ ਸ਼ਕਤੀਆਂ ਹੋਣੀਆਂ ਚਾਹੀਦੀਆਂ ਨੇ। ਹਾਂਜੀ। ਮਹਾ ਸ਼ਕਤ ਕੋ ਪਾਏ ਹੋ, ਯੋ ਸਗਲਾ ਜਗ ਜੀਤ। ਇਸ ਤਰ੍ਹਾਂ ਸਾਰੀ ਸ਼ਕਤੀ ਜਦੋਂ ਤੁਹਾਨੂੰ ਮਿਲ ਜਾਏਗੀ ਤੇ ਸਾਰੇ ਜਗਤ ਨੂੰ ਤੁਸੀਂ ਜਿੱਤ ਲਵੋਗੇ। ਸਾਰੀ ਦੁਨੀਆ ਤੁਹਾਡੇ ਗੁਲਾਮ ਹੋ ਜਾਏਗੀ, ਸਭ ਲੋਕ ਤੁਹਾਡਾ ਕਹਿਣਾ ਮੰਨਣਗੇ। ਹਾਂਜੀ। ਮਿਲ ਆਦੇਸ਼ ਕਹੋ ਆਦੇਸੋ, ਨਾਥ ਨਾਮ ਹੋਏ ਜੁਗ ਜੁਗ ਬੈਸੋ। ਇਸ ਕਰਕੇ ਜਦੋਂ ਉੱਠਣਾ ਬੈਠਣਾ ਆਦੇਸ਼ 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 ਆਦੇਸ਼ੂ ਕਹਿ ਕੇ ਬੋਲਣਾ ਹੈ। ਨਾਥ ਨਾਮ ਹੋਏ ਜੁਗ ਜੁਗ ਬੈਸੋ, ਆਪਣੇ ਨਾਂ ਦੇ ਨਾਲ ਨਾਥ ਨਾਨਕ ਲਿਖੋ। ਜੁਗਾਂ ਤੱਕ ਜੀਓ, ਮਰੋਗੇ ਹੀ ਨਹੀਂ ਤੁਸੀਂ। ਸਵਾਸ ਆਪਣੇ 10ਵੇਂ ਦੁਆਰ ਵਿੱਚ ਰੋਕੋ ਤੇ ਆਪਣੀ ਉਮਰ ਜਿੰਨੀ ਚਾਹੋ ਉਨੀ ਉਮਰ ਲੰਬੀ ਕਰ ਲਓ। ਹਾਂਜੀ। ਜੋਗ ਸੰਜੋਗੀ ਮੈਂ ਸੁਖ ਪਾਵੋ, ਇਕ ਮਾਈ ਕੇ ਪੂਤ ਕਹਾਵੋ। ਇਸ ਕਰਕੇ ਜੋਗ ਸੰਜੋਗੀ ਮੈਂ ਸੁਖ ਪਾਵੋ, ਜੋਗ ਮਤ ਦੇ ਇਸ ਸੰਜੋਗ ਦੇ ਵਿੱਚ ਸੁਖ ਪਾਓ। ਔਰ ਇਹ ਗੱਲ ਮੰਨਣੀ ਹੈ ਕਿ ਅਸੀਂ ਇੱਕ ਮਾਈ ਦੇ ਪੁੱਤਰ ਹਾਂ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਇਹ ਸਾਰੀ ਦੁਨੀਆ ਮੰਨਦੀ ਵੀ ਇੱਕ ਮਾਈ ਤੋਂ ਇਹ 3 ਅਵਤਾਰ ਪੈਦਾ ਹੋਏ ਨੇ। ਹਾਂਜੀ। ਜੋਗ ਜੁਗਤ ਕੇ ਚੇਲੇ ਮਾਨੀ, ਸਭ ਦੀਵਾਨ ਤੁਮ ਸੇਵਕ ਥਾਨੀ। ਜਿੰਨੇ ਜੋਗ ਜੁਗਤ ਦੇ ਵਿੱਚ ਜਿਹੜੇ ਲੋਕ ਚੇਲੇ ਹੋਣਗੇ ਉਹ ਤੁਹਾਨੂੰ ਮੰਨਣਗੇ, ਉਹਨਾਂ ਦੇ ਵਿੱਚ ਤੁਹਾਡੀ ਮਾਨਤਾ ਹੋਏਗੀ, ਉਹਨਾਂ ਵਿੱਚ ਤੁਹਾਡੀ ਵੱਡੀ ਪ੍ਰਤਿਸ਼ਠਾ ਹੋਏਗੀ। ਸਭ ਦੀਵਾਨ ਤੁਮ ਸੇਵਕ ਥਾਨੀ, ਸਭ ਲੋਕ ਤੁਹਾਡੇ ਸੇਵਕ ਹੋਣਗੇ ਤੇ ਤੁਸੀਂ ਉਹਨਾਂ ਦੇ ਮੋਹਰੀ ਹੋਵੋਗੇ, ਅਧਪਤ ਹੋਵੋਗੇ, ਆਗੂ ਹੋਵੋਗੇ, ਨਾਇਕ ਹੋਵੋਗੇ। ਹਾਂਜੀ। ਤੁਮ ਤੇ ਉਪਰ ਹੋਏ ਨ ਆਨਾ, ਸਭ ਮੈਂ ਬੈਸੋ ਹੋਵੇ ਪ੍ਰਧਾਨਾ। ਸਾਰਿਆਂ ਤੋਂ ਅੱਗੇ ਹੋ ਕੇ ਬਹਿਣਾ ਹੈ, ਮੁਖੀ ਹੋ ਕੇ ਰਹਿਣਾ ਹੈ, ਪ੍ਰਧਾਨ ਤੁਸੀਂ ਹੋਵੋਗੇ, ਜੋਗੀਆਂ ਦੇ ਵਿੱਚ ਪ੍ਰਮੁੱਖ ਤੁਸੀਂ ਹੋਵੋਗੇ। ਹਾਂਜੀ। ਲੋਏ ਲੋਏ ਆਸਨ ਕਰੋ, ਸਰਬ ਕਰਾਏ ਭੰਡਾਰ। ਇਸ ਕਰਕੇ ਲੋਏ ਲੋਏ ਆਸਣ ਕਰੋ, ਤਿੰਨਾਂ ਲੋਕਾਂ ਦੇ ਵਿੱਚ ਜਿੱਥੇ ਦਿਲ ਕਰੇ ਉੱਥੇ ਆਪਣੀ ਸਮਾਧੀ ਲਾਓ।
ਮਾਤ ਲੋਕ ਦੇ ਵਿੱਚ, ਆਕਾਸ਼ ਲੋਕ ਦੇ ਵਿੱਚ, ਪਤਾਲ ਲੋਕ ਦੇ ਵਿੱਚ, ਜਿੱਥੇ ਮਰਜੀ ਬਹਿ ਜਾਓ। ਅੱਜ ਵੀ ਐਸਾ ਹੁੰਦਾ ਹੈ, ਕਈ ਵਾਰੀ ਧਰਤੀ ਦੀ ਖੁਦਾਈ ਕਰੀਏ ਤੇ ਵਿੱਚੋਂ ਕੋਈ ਨਾ ਕੋਈ ਸਿੱਧ ਨਿਕਲ ਆਉਂਦਾ ਹੈ। ਪਹਾੜਾਂ ਚੋਂ ਨਿਕਲ ਆਉਂਦੇ ਨੇ। ਪਿੱਛੇ ਆਪ ਜੀ ਨੇ ਵੀ ਨਿਊਜ਼ ਸੁਣੀ ਹੋਏਗੀ ਕਿ ਬਰਫ਼ ਦੇ ਵਿੱਚੋਂ ਬੰਦਾ ਨਿਕਲ ਆਇਆ। ਉਹਨੂੰ ਆਈਸਮੈਨ ਕਹਿਣ ਦੀ ਵੀ ਕੋਸ਼ਿਸ਼ ਕੀਤੀ ਗਈ ਵਿਗਿਆਨੀਆਂ ਵੱਲੋਂ। ਇਹ ਸਿੱਧ ਲੋਕ ਹੀ ਨੇ ਜਿਹੜੇ ਆਪਣੇ ਸਵਾਸ 10ਵੇਂ ਦੀਵਾਰ ਵਿੱਚ ਰੋਕ ਲੈਂਦੇ ਸੀ। ਹਾਂਜੀ। ਹੁਕਮ ਮਨਾਵੋ ਜਹਾਂ ਤਹਿ ਅਸ ਬਿਦ ਕੀ ਜੈਕਾਰ। ਇਸ ਕਰਕੇ ਆਪਣਾ ਹੁਕਮ ਮਨਾਓ। ਦੁਨੀਆ ਤੁਹਾਡਾ ਕਹਿਣਾ ਮੰਨੇਗੀ ਨਾਨਕ ਜੀ, ਤੁਸੀਂ ਜੋਗੀ ਬਣ ਜਾਓ, ਤੁਸੀਂ ਇਹ ਮਤ ਧਾਰਨ ਕਰ ਲਓ। ਹਾਂਜੀ। ਸੁਣ ਕਰ ਗਿਰਾ ਅਲਾਏ ਕਰਨੋ ਰਹੋ ਨ ਹਮੇ ਕਛ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਨਹੀਂ ਗੋਰਖ, ਅਸੀਂ ਤੇਰੀਆਂ ਮੁੰਦਰਾਂ ਨਹੀਂ ਪਾਉਣੀਆਂ, ਨਾ ਤੇਰਾ ਡੰਡਾ ਫੜਨਾ ਹੈ, ਨਾ ਅਸੀਂ ਪਿੰਡੇ ਤੇ ਸੁਆਹ ਮਲਣੀ ਹੈ, ਨਾ ਹੀ ਅਸੀਂ ਕੋਈ ਵਿਭੂਤੀ ਲਾਉਣੀ ਹੈ। ਅਸੀਂ ਕੁਝ ਨਹੀਂ ਕਰਨਾ। ਅਸੀਂ ਤੇਰੀ ਕੋਈ ਗੱਲ ਮੰਨਣ ਵਾਲੇ, ਕੋਈ ਤੇਰੀ ਆਗਿਆ ਦਾ ਪਾਲਣ ਕਰਨ ਵਾਲੇ ਨਹੀਂ ਹਾਂ। ਹਾਂਜੀ। ਪੂਰਬ ਬਣਿਓ ਬਣਾਏ ਅਬ ਨਵੀਨ ਕ੍ਰਿਤ ਕਿਆ ਕਰੇ। ਇਸ ਕਰਕੇ ਪੂਰਬ ਬਣਿਓ ਬਣਾਏ, ਪੂਰਬ ਤੋਂ ਹੀ ਜੋ ਕੁਝ ਸੀ ਉਹ ਬਣਿਆ ਹੋਇਆ ਹੈ। ਹੁਣ ਇਹਦੇ ਵਿੱਚ ਤੁਸੀਂ ਕੀ ਬਣਾਓਗੇ? ਨਹੀਂ, ਇਹਦੇ ਵਿੱਚ ਬਦਲਣ ਵਾਲਾ ਕੁਝ ਵੀ ਨਹੀਂ ਹੈ। ਜੇ ਤੁਸੀਂ ਕਹੋ ਵੀ ਅਸੀਂ ਤੁਹਾਡੇ ਕਹਿਣ ਤੇ ਆਪਣਾ ਕੋਈ ਧਰਮ ਤਬਦੀਲ ਕਰਾਂਗੇ, ਕੋਈ ਆਸਥਾ ਤਬਦੀਲ ਕਰਾਂਗੇ, ਕੋਈ ਤੁਹਾਡਾ ਗਿਆਨ ਹਾਸਲ ਕਰਾਂਗੇ, ਤੇ ਸਤਿਗੁਰੂ ਕਹਿਣ ਲੱਗੇ ਸਾਨੂੰ ਲੋੜ ਨਹੀਂ ਹੈ ਭਾਈ। ਹਾਂਜੀ। ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਬੇਭੂਤ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰਤੀਤ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਆਦੇਸ਼ ਤਿਸੈ ਆਦੇਸ਼ ਆਦਿ ਅਨੀਲ ਅਨਾਹਦ ਅਨਾਹਤ ਜੁਗ ਜੁਗ ਏਕੋ ਵੇਸ਼। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ। ਆਪ ਨਾਥ ਨਾਥੀ ਸਭ ਜਾਕੀ ਰਿਦ ਸਿਧ ਅਵਰਾਂ ਸਾਧ। ਸੰਜੋਗ ਵਿਜੋਗ ਦੋਇ ਕਾਰ ਚਲਾਵੈ ਲੇਖੇ ਆਵੈ ਭਾਗ। ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ। ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਜਿਵ ਤਿਸ ਪਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਜ਼ਰ ਨ ਆਵੈ ਬਹੁਤਾ ਇਹੋ ਵਿਡਾਨ। ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼। ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ। ਘਰ ਘਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼। ਸਤਿਗੁਰੂ ਜੀ ਨੇ, ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਜਪਜੀ ਸਾਹਿਬ ਦੀ 28ਵੀਂ ਪੌੜੀ ਫਿਰ ਇਹ ਜਪਜੀ ਸਾਹਿਬ ਦਾ ਪਾਠ ਹੈ ਜਿਹੜਾ ਆਪਾਂ ਨੇ ਸਰਵਣ ਕੀਤਾ ਹੈ। ਇਸ ਪਾਠ ਨੂੰ ਸਤਿਗੁਰੂ ਜੀ ਨੇ ਉਚਾਰਿਆ। ਹੁਣ ਗੁਰੂ ਗੋਰਖ ਨੂੰ ਗੱਲ ਸਮਝ ਆ ਗਈ ਕਿ ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨੇ ਕਿ ਅਸਲ ਵਿੱਚ ਜੋਗ ਮਤ ਹੈ ਕੀ ਹੈ।
ਇਹ ਜੋਗ ਮਤ ਦਾ ਤਰੀਕਾ ਹੈ ਕਿ ਮੁੰਦਾਂ ਸੰਤੋਖ ਜੇ ਕੰਨਾਂ ਵਿੱਚ ਮੁੰਦਰਾਂ ਪਾਉਣੀਆਂ ਨੇ ਤੇ ਸੰਤੋਖ ਦੀਆਂ ਪਾਓ, ਕੱਚ ਦੀਆਂ ਪਾ ਕੇ ਕੀ ਕਰੋਗੇ? ਵੇਖੋ ਨਾ, ਕੰਨ 'ਚ ਪਾ ਲੀਆਂ ਮੁੰਦਰਾਂ ਤੇ ਘਰ ਘਰ ਆਟਾ ਮੰਗਣ ਤੁਰ ਪਏ, ਰੋਟੀਆਂ ਮੰਗਣ ਤੁਰ ਪਏ। ਸਤਿਗੁਰੂ ਕਹਿੰਦੇ ਵੀ ਇਹਨਾਂ ਮੁੰਦਰਾਂ ਦਾ ਕੀ ਲਾਭ ਹੋਇਆ? ਸ਼ਰਮ ਪਤ ਝੋਲੀ, ਇਹ ਜਿਹੜੀ ਝੋਲੀ ਪਾਉਣੀ ਹੈ ਗਲੇ ਵਿੱਚ, ਚੰਗਾ ਸੀ ਵੀ ਤੁਸੀਂ ਮਿਹਨਤ ਕਰਦੇ, ਸਾਰਾ ਦਿਨ ਵਿਹਲੇ ਬੈਠੇ ਰਹਿਣਾ ਤੇ ਜਦੋਂ ਭੁੱਖ ਲੱਗਣੀ ਉਦੋਂ ਰੋਟੀਆਂ ਮੰਗਣ ਤੁਰ ਪੈਣਾ। ਇਹਦੇ ਨਾਲੋਂ ਚੰਗੀ ਗੱਲ ਇਹ ਹੈ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਮਿਹਨਤ ਦੀ ਝੋਲੀ, ਸੰਤੋਖ ਦੀਆਂ ਮੁੰਦਰਾਂ, ਧਿਆਨ ਕੀ ਕਰੇ ਬਭੂਤ, ਸਵਾ ਮਲਣ ਦੀ ਕੀ ਲੋੜ ਹੈ? ਆਪਣਾ ਧਿਆਨ ਇਕਾਗਰ ਕਰੋ। ਹੁਣ ਆ ਜਿਹੜੇ ਅਸੀਂ ਦੁਨੀਆ ਭਟਕ ਰਹੀ ਹੈ, ਇਹ ਧਿਆਨ ਹੀ ਭਟਕ ਰਿਹਾ, ਹੋਰ ਕੀ ਹੋ ਰਿਹਾ? ਜਿਹੜੀ ਚੀਜ਼ ਅਸੀਂ ਵੇਖਦੇ ਹਾਂ ਉਸੇ ਮਗਰ ਹੀ ਤੁਰ ਪੈਂਦੇ ਵੀ ਹੁਣ ਇਹੋ ਹੀ ਚਾਹੀਦੀ ਹੈ, ਇਸੇ ਕਲੋਨੀ 'ਚ ਘਰ ਚਾਹੀਦਾ, ਇਸੇ ਮੁਲਕ 'ਚ ਪਾਸਪੋਰਟ ਚਾਹੀਦਾ, ਇਸੇ ਦਫ਼ਤਰ ਦੇ ਵਿੱਚ ਮੈਨੂੰ ਨੌਕਰੀ ਚਾਹੀਦੀ ਹੈ, ਇਸੇ ਮਾਲ ਵਿੱਚ ਮੇਰਾ ਆਫਿਸ ਹੋਣਾ ਚਾਹੀਦਾ। ਇਸੇ ਚੀਜ਼ ਵਿੱਚ ਅਸੀਂ ਭਟਕਦੇ। ਸਤਿਗੁਰੂ ਕਹਿੰਦੇ ਧਿਆਨ ਲਾਓ, ਵਿਭੂਤੀ ਲਾਉਣ ਦੀ ਲੋੜ ਨਹੀਂ। ਆਪਣੇ ਧਿਆਨ ਨੂੰ ਕੇਂਦਰਿਤ ਕਰੋ, ਰੋਕੋ ਆਪਣੇ ਧਿਆਨ ਨੂੰ। ਵੇਖੋ, ਗੱਲ ਤੇ ਕੱਲ ਬੜੀ ਸੋਹਣੀ ਕਥਾ ਵਿੱਚ ਕਹੀ ਵੀ ਧਿਆਨ ਤੇ ਚੋਰ ਵੀ ਲਾਉਂਦਾ। ਚੋਰ ਜਿੰਨਾ ਧਿਆਨ ਲਾ ਸਕਦਾ ਕੋਈ? ਚੋਰ ਨੂੰ ਇਹ ਵੀ ਪਤਾ ਵੀ ਤੁਹਾਡੇ ਘਰ 'ਚ ਪੈਸੇ ਕਿੰਨੇ ਨੇ, ਕਿੱਥੇ ਨੇ, ਔਰ ਉਹਨੂੰ ਇਹ ਵੀ ਪਤਾ ਵੀ ਤੁਸੀਂ ਘਰ ਨਹੀਂ ਹੈਗੇ। ਕਿੰਨਾ ਕੁ ਧਿਆਨ ਲਾਇਆ ਹੋਏਗਾ ਉਹਨੇ ਕਿ ਉਹਨੂੰ ਪਤਾ ਹੈ ਤੁਸੀਂ ਘਰੋਂ ਨਿਕਲ ਚੁੱਕੇ ਹੋ। ਬਿਨਾਂ ਧਿਆਨ ਤੋਂ ਕੀ ਉਹ ਭੁਲੇਖਾ ਨਾ ਖਾ ਜਾਂਦਾ? ਜਦੋਂ ਚੋਰ ਪਕੜਿਆ ਜਾਂਦਾ ਹੈ, ਜਦੋਂ ਚੋਰ ਨੂੰ ਕੁੱਟ ਪੈਂਦੀ ਹੈ, ਉਹ ਫਿਰ ਇਹੀ ਕਹਿੰਦਾ ਫਿਰ ਮੇਰੇ ਕੋਲ ਇਨਫੋਰਮੇਸ਼ਨ ਠੀਕ ਨਹੀਂ ਹੈ, ਮੈਨੂੰ ਕਿਤੇ ਨਾ ਕਿਤੇ ਗਲਤੀ ਲੱਗ ਗਈ ਹੈ। ਧਿਆਨ ਤਾਂ ਅੱਜ ਜਿਹੜੇ ਸਾਈਬਰ ਕ੍ਰਾਈਮ ਵਾਲੇ ਨੇ ਧਿਆਨ ਹੀ ਹੈ, ਲੋਕਾਂ ਦੀਆਂ ਆਈਡੀਆਂ, ਪਾਸਵਰਡ ਵੀ ਉਹ ਚੁੱਕ ਲੈਂਦੇ ਨੇ। ਇਹ ਬਿਨਾਂ ਧਿਆਨ ਤੋਂ ਹੋ ਸਕਦਾ? ਅਗਰ ਇੱਕ ਅੱਖਰ ਅੱਗੇ ਪਿੱਛੇ ਹੋ ਜਾਏ ਤਾਂ ਕੀ ਤੁਸੀਂ ਕੁਝ ਕਰ ਸਕਦੇ ਹੋ? ਨਹੀਂ। ਇਸ ਕਰਕੇ ਧਿਆਨ ਹਜ਼ਾਰ ਕਿਸਮ ਦੇ ਵਿੱਚ ਉਹਦੇ ਅਰਥ ਹੋ ਸਕਦੇ ਨੇ, ਪਰ ਇੱਥੇ ਧਿਆਨ ਹੈ ਕਿ ਆਪਣੇ ਮਨ ਨੂੰ ਰੋਕਣਾ, ਵਿਸ਼ੇ ਵਾਸ਼ਨਾ ਵਿਕਾਰਾਂ ਵਾਲੇ ਪਾਸਿਓਂ ਰੋਕਣਾ। ਸਤਿਗੁਰੂ ਪਿਤਾ ਜੀ ਨੇ ਜਦੋਂ ਇਹ ਸ਼ਬਦ ਸੁਣਾਇਆ, ਹਾਂਜੀ, ਗੁਰ ਕੇ ਬਚਨ ਸੁਣੇ ਗੋਰਖ ਜਬ, ਬੁਨ ਬੋਜਨ ਹਿਤ ਬੋਲਤ ਭਾਤਬ। ਹੁਣ ਇਹਨੂੰ ਸਮਝ ਆ ਗਈ ਕਿ ਇਹ ਤਾਂ ਗਲਤ ਹੋ ਗਿਆ। ਹੁਣ ਗੋਰਖ ਹਾਰ ਗਿਆ, ਉਹਨੂੰ ਸਮਝ ਆ ਗਈ ਵੀ ਇਹਨੇ ਜੋਗੀ ਤਾਂ ਬਣਨਾ ਨਹੀਂ। ਹੁਣ ਉਹਨੇ ਆਖਰੀ ਗੱਲ ਪੁੱਛੀ, ਜਿਹੜੀ ਗੱਲ ਉਹਨੂੰ ਪਹਿਲਾਂ ਪੁੱਛਣੀ ਚਾਹੀਦੀ ਸੀ। ਪਹਿਲੀ ਗੱਲ ਇਹ ਹੁੰਦੀ ਵੀ ਜਦੋਂ ਕੋਈ ਬੰਦਾ ਤੁਹਾਨੂੰ ਮਿਲਦਾ ਹੈ, ਤੁਸੀਂ ਉਹਨੂੰ ਪੁੱਛੋ ਤੇ ਸਹੀ। ਆਪਾਂ ਐਵੇਂ ਹੀ ਸੋਚ ਲਈਏ ਵੀ ਇਹ ਬੰਦਾ ਆ ਗਿਆ ਹੈ, ਇਹ ਹੁਣ ਸਾਡੇ ਘਰੇ ਹੀ ਰਹੂਗਾ, ਇਹਨੇ ਮੁੜ ਕੇ ਜਾਣਾ ਹੀ ਕੋਈ ਨਹੀਂਗਾ। ਕਈ ਵਾਰੀ ਆਏ ਮਹਿਮਾਨ ਦੇ ਪ੍ਰਤੀ ਜਿਹੜੀ ਸਾਡੇ ਮਨ ਵਿੱਚ ਕੋਈ ਮਾੜੀ ਗੱਲ ਜਨਮ ਲੈਂਦੀ, ਇਸੇ ਗੱਲ ਤੋਂ ਲੈਂਦੀ ਜੇ ਪਤਾ ਹੋਵੇ ਵੀ ਇਹ ਤੇ ਆਈ 10 ਮਿੰਟ ਵਾਸਤੇ ਹੈ। ਦੇਖੋ ਨਾ, ਸਾਡੇ ਘਰ ਪ੍ਰਾਹੁਣਾ ਆ ਰਿਹਾ, ਹੁਣ ਸਾਨੂੰ ਪਹਿਲਾਂ ਗੁੱਸਾ ਇਹ ਵੀ ਹੁਣ ਇਹਨੂੰ ਰੋਟੀ ਪਕਾ ਕੇ ਵੀ ਖਵਾਉਣੀ ਪਊਗੀ, ਪਰ 10 ਮਿੰਟਾਂ ਬਾਅਦ ਪਤਾ ਲੱਗਾ ਉਹ ਕਹਿੰਦਾ ਵੀ ਅਸੀਂ ਤੇ ਆ ਸੁਖਦੇਵ ਦੇ ਢਾਬੇ ਤੋਂ ਖਾ ਕੇ ਆਏ ਆ, ਲੇਟ ਹੋ ਗਏ ਸੀ। ਫਿਰ ਥੋੜਾ ਜਿਹਾ ਚੰਗਾ ਲੱਗਾ, ਫਿਰ ਸੋਚਿਆ ਵੀ ਹੁਣ ਮੰਜੇ ਬਿਸਤਰੇ ਦਾ ਪ੍ਰਬੰਧ ਕਰਨਾ ਪਊਗਾ। ਅਸੀਂ ਕਿਹਾ ਜੀ ਫਿਰ ਸੌਣ ਦਾ ਕਰੀਏ, ਫਿਰ ਉਹ ਕਹਿੰਦਾ ਨਹੀਂ ਜੀ ਅਸੀਂ ਤੇ ਹੋਟਲ 'ਚ ਕਮਰਾ ਬੁੱਕ ਕਰਾਇਆ ਹੋਇਆ। ਫਿਰ ਤੁਹਾਨੂੰ ਪ੍ਰਾਹੁਣਾ ਕਿੰਨਾ ਚੰਗਾ ਲੱਗਦਾ ਪਤਾ, ਵੀ ਲੈ ਅਸੀਂ ਤੇ ਐਵੇਂ ਹੀ ਮੱਥੇ ਤੇ ਵੱਟ ਪਾ ਕੇ ਬਹਿ ਗਏ। ਇਹਦੇ ਵਿਚਾਰੇ ਇੱਕ ਇੱਕ ਦੁੱਧ ਦੇ ਕੱਪ ਦੀ ਮਾਰ ਸੀਗੇ, ਦੁੱਧ ਪੀਣਾ ਸੀ, ਇਹਨਾਂ ਚੱਲ ਜਾਣਾ ਸੀਗਾ।
ਸਿੱਧ ਜੋਗੀ ਲੋਕਾਂ ਨੂੰ ਸਮਝ ਹੀ ਨਹੀਂ ਆਈ ਵੀ ਇੰਨੀ ਈਰਖਾ ਗੁਰੂ ਨਾਨਕ ਨਾਲ ਕਿਹੜੀ ਗੱਲੋਂ ਕੀਤੀ ਤੁਸੀਂ। ਕੀ ਗੁਰੂ ਨਾਨਕ ਸਮੇਰ ਪਰਬਤ ਤੇ ਕੋਠੀ ਪਾਉਣ ਆਏ ਸੀ, ਕਬਜ਼ਾ ਕਰਨ ਆਏ ਸੀ? ਕੀ ਉਹ ਤੁਹਾਡੇ ਧਰਮ ਨੂੰ ਕ੍ਰਸ਼ ਕਰਨ ਆਏ ਸੀ ਵੀ ਜੋਗ ਮਾਤੀ ਖਤਮ ਕਰ ਦਿਓ? ਇਹ ਗੁਰੂ ਨਾਨਕ ਦੀ ਥਿਊਰੀ ਨਹੀਂ ਹੈ। ਇਹ ਕਦੇ ਕਿਸੇ ਨੂੰ ਸੋਚਣਾ ਵੀ ਨਹੀਂ ਚਾਹੀਦਾ ਵੀ ਅੱਜ ਕੋਈ ਕਵੇ ਜੀ ਹਿੰਦੂ ਧਰਮ ਖਤਮ ਕਰ ਦਿਓ ਜੀ, ਇਸਲਾਮ ਧਰਮ ਖਤਮ ਕਰ ਦਿਓ ਜੀ, ਸਿੱਖ ਧਰਮ ਖਤਮ ਕਰ ਦਿਓ ਜੀ। ਮੈਂ ਇੱਥੇ ਬੈਠ ਕੇ ਰੋਜ਼ ਕਹਿਣਾ ਕਿ ਜਿਹਦੇ ਕੋਲ 50 ਸਾਲ ਸ਼ਕਤੀ ਰਹੀ ਔਰੰਗਜ਼ੇਬ ਕੋਲੇ, ਉਹ ਸਾਰੇ ਹਿੰਦੂਆਂ ਤੋਂ ਨਮਾਜ਼ ਨਹੀਂ ਪੜ੍ਹਾ ਸਕਿਆ। ਤੇ ਅੱਜ ਕੋਈ 50 ਸਾਲਾਂ ਦੀ ਸਰਕਾਰ ਲੈ ਕੇ ਕਵੇ ਕਿ ਮੈਂ ਸਾਰਿਆਂ ਦੇ ਜਨੇਊ ਪਾ ਦਿਆਂਗਾ ਤੇ ਸਾਰਿਆਂ ਤੋਂ ਗਾਇਤਰੀ ਮੰਤਰ ਪੜ੍ਹਾ ਦਿਆਂਗਾ, ਇਹ ਤੇ ਹਾਸੋਹੀਣੀਆਂ ਗੱਲਾਂ ਨੇ। ਕੌਣ ਕਰ ਸਕਦਾ? ਕੀ ਔਰੰਗਜ਼ੇਬ ਕਰ ਸਕਿਆ? ਸਵਾ ਮਨ ਜੰਜੂ ਲਾਉਂਦਾ ਰਿਹਾ ਹਿੰਦੂਆਂ ਦੇ, ਪਰ ਉਹ ਹਿੰਦੂ ਧਰਮ ਨੂੰ ਮਿਟਾ ਨਹੀਂ ਸਕਿਆ। ਇਸ ਕਰਕੇ ਧਰਮ ਕੋਈ ਵੀ ਨਹੀਂ ਮਿਟਣਾ। ਧਰਮ ਜਿਸ ਰੱਬ ਨੇ ਪੈਦਾ ਕੀਤੇ ਨੇ, ਇਹ ਧਰਮ ਇੱਥੇ ਹੀ ਰਹਿਣੇ ਨੇ। ਮੈਂ ਫਿਰ ਬੇਨਤੀ ਕਰਾਂ, ਸਾਨੂੰ ਆਪਣੇ ਪਰਿਵਾਰ ਵਿੱਚ ਰਹਿਣਾ ਸਿੱਖ ਲੈਣਾ ਚਾਹੀਦਾ। ਇੱਕ ਦੂਜੇ ਦਾ ਸਨਮਾਨ ਕਰੋ। ਅਮਰੀਕਾ ਦੇ ਵਿੱਚ ਕੀ ਹੈ? ਅਗਰ ਅੱਜ ਅਮਰੀਕਾ ਯੂਨਾਈਟਿਡ ਕਿੰਗਡਮ ਹੈ, ਯੂਨਾਈਟਿਡ ਸਟੇਟ ਹੈ, ਇੱਕ ਬੜੀ ਵੱਡੀ ਵਰਲਡ ਦੀ ਤਾਕਤ ਸਿਰਫ ਇੱਕੋ ਗੱਲ ਪਿੱਛੇ ਹੈ ਕਿ ਅਮਰੀਕਾ ਦੇ ਵਿੱਚ ਕੋਈ ਬੰਦਾ ਕਿਸੇ ਦੇ ਧਰਮ 'ਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦਾ। ਤੇ ਇੱਥੇ ਸਾਡੇ ਮੁਲਕ ਦੀ ਸਾੜ ਸਤੀ ਮੁੱਕਦੀ ਨਹੀਂ ਹੈ। ਅਸੀਂ ਇੱਕ ਦੂਜੇ ਦੇ ਧਰਮ ਦੇ ਵਿੱਚ ਹੀ ਦਖਲ ਦੇਈ ਜਾਂਦੇ ਆ। ਤੇ ਤੁਹਾਨੂੰ ਪਤਾ ਵੀ ਜਹਾਦ ਜਦੋਂ ਵੀ ਖੜਾ ਹੁੰਦਾ ਧਰਮ ਦੇ ਨਾਂ ਤੇ ਖੜਾ ਹੁੰਦਾ। ਅਗਰ ਅੱਜ ਤੁਸੀਂ ਕਹਿ ਦਿਓ ਕਿਸੇ ਨੂੰ ਕਿ ਭਾਈ ਰਣਜੀਤ ਸਿੰਘ ਨੂੰ ਖਤਰਾ ਹੈ, ਮੇਰੇ ਖਿਆਲ 10 ਬੰਦੇ ਵੀ ਨਹੀਂ ਆਉਣਗੇ। ਤੇ ਤੁਸੀਂ ਅੱਜ ਕਹਿ ਦਿਓ ਵੀ ਗੁਰਦੁਆਰਾ ਬੰਗਲਾ ਸਾਹਿਬ ਨੂੰ ਖਤਰਾ ਹੈ। ਮੇਰਾ ਖਿਆਲ ਹੈ ਵੀ ਜਿਸ ਬੰਦੇ ਨੇ ਕਦੇ ਘਰ ਚੂਹਾ ਨਹੀਂ ਨਾ ਮਾਰਿਆ, ਉਹ ਵੀ ਕਿਰਪਾਨ ਚੁੱਕ ਕੇ ਤੁਰ ਪਏਗਾ। ਵੀ ਕੌਣ ਹੁੰਦਾ ਗੁਰਦੁਆਰਾ ਬੰਗਲਾ ਸਾਹਿਬ ਵਾਲੇ ਪਾਸੇ ਕੋਈ ਅੱਖ ਕਰਨ ਵਾਲਾ? ਸਾਨੂੰ ਸਮਝ ਆਉਣੀ ਚਾਹੀਦੀ ਹੈ ਕਿ ਧਰਮ ਸਭ ਦੇ ਜੀਵਨ ਵਿੱਚ ਸਿਰਮੌਰ ਹੈ। ਇਹ ਜਾਂਦਿਆਂ ਬਰਾਕ ਓਬਾਮਾ ਜਦੋਂ ਉਹਨਾਂ ਨੇ ਪਾਰਲੀਮੈਂਟ ਸਪੀਚ ਕੀਤੀ ਹੈ ਨਾ, ਸਾਡੇ ਬੰਦਿਆਂ ਨੂੰ ਪਤਾ ਨਹੀਂ ਅੰਗਰੇਜ਼ੀ ਸਮਝ ਆਈ ਕਿ ਨਹੀਂ ਆਈ, ਪਰ ਤਾੜੀਆਂ ਮਾਰਦੇ ਰਹੇ। ਕਦੇ ਉਹ ਵੀਡੀਓ ਕੱਢਿਓ, ਕਲਿੱਪ ਕੱਢ ਕੇ ਵੇਖਿਓ ਜੀ। ਤੇ ਜਾਂਦਾ ਉਹ ਕਹਿ ਗਿਆ, ਕਹਿੰਦਾ ਮੈਨੂੰ ਇੰਡੀਆ ਦਾ ਫਿਊਚਰ ਅੱਛਾ ਨਹੀਂ ਲੱਗਦਾ, ਕਿਉਂਕਿ ਇੱਥੇ ਲੋਕ ਸਭ ਇੱਕ ਦੂਜੇ ਦੇ ਧਰਮ ਨਾਲ ਛੇੜਛਾੜ ਕਰਦੇ ਨੇ। ਕਿਉਂ ਕਰਦੇ ਹੋ ਬਈ ਤੁਸੀਂ? ਜਿੱਦਾਂ ਦਿਲ ਕਰਦਾ ਉਹਨੂੰ ਟੱਲ ਖੜਕਾਉਣ ਦਿਓ, ਜਿਹੜਾ ਸੰਖ ਪੂਰਦਾ ਉਹਨੂੰ ਪੂਰਨ ਦਿਓ। ਤੁਸੀਂ ਪੜ੍ਹੋ ਆਪਣਾ ਜਪਜੀ ਸਾਹਿਬ, ਤੁਹਾਨੂੰ ਕੀ? ਜਿਹੜਾ ਨਮਾਜ਼ ਪੜ੍ਹਦਾ ਉਹਨੂੰ ਨਮਾਜ਼ ਪੜ੍ਹਨ ਦਿਓ। ਇੱਥੇ ਉਹ ਕਿਸੇ ਨੇ ਥੈਲੀ ਜੀ 'ਚ ਹੱਥ ਪਾਇਆ, ਮੇਰੇ ਵਰਗੇ ਨੂੰ ਇਹ ਬੜੀ ਐਲਰਜੀ ਹੈ, ਕਹਿੰਦਾ ਮੇਰਾ ਜੀ ਕਰਦਾ ਤਾਂ ਮੈਂ ਗੋਟੀ ਲਾ ਦਿਆਂ। ਕਿਉਂ? ਤੈਨੂੰ ਕੀ ਹੁੰਦਾ ਬਈ? ਅਗਲੇ ਦੀ ਆਸਥਾ ਹੈ, ਉਹਨੂੰ ਕਰਨ ਦਿਓ, ਤੂੰ ਨਾ ਕਰ। ਤੁਸੀਂ ਅਗਰ ਕਿਸੇ ਦੀ ਜ਼ਿੰਦਗੀ ਵਿੱਚ ਦਖਲ ਨਹੀਂ ਦਿਓਗੇ ਤੇ ਤੁਹਾਡੇ ਤੋਂ ਕਿਸੇ ਨੂੰ ਕੀ ਤਕਲੀਫ ਹੋ ਸਕਦੀ ਹੈ? ਕੋਈ ਤਕਲੀਫ ਨਹੀਂ। ਇਹ ਜਿਹੜਾ ਗੁਰੂ ਗੋਰਖ ਸੀ, ਵੇਖੋ ਕਿੰਨੇ ਦਿਨ ਹੋ ਗਏ ਮੈਨੂੰ ਕਥਾ ਨੂੰ ਰੋਕਿਆ ਹੋਇਆ, ਕਿੰਨਾ ਕੁਝ ਹੋਇਆ। ਜਿਹੜੀ ਗੱਲ ਇਹਨੂੰ ਪਹਿਲੇ ਦਿਨ ਪੁੱਛਣੀ ਚਾਹੀਦੀ ਸੀ, ਪਹਿਲੇ ਦਿਨ ਪੁੱਛਣਾ ਹੀ ਇਹ ਚਾਹੀਦਾ ਸੀ ਵੀ ਨਾਨਕ ਜੀ ਸਮੇਰ ਪਰਬਤ ਤੇ ਆਏ ਹੋ, ਕੀ ਤੁਹਾਡਾ ਇੱਥੇ ਕੋਈ ਰਹਿਣ ਦਾ ਪ੍ਰੋਗਰਾਮ ਹੈ? ਸਤਿਗੁਰਾਂ ਨੇ ਕਹਿਣਾ ਸੀ ਨਹੀਂ। ਕੀ ਤੁਸੀਂ ਸਾਡੇ ਜੋਗੀਆਂ ਨੂੰ ਕੋਈ ਆਪਣੇ ਮਗਰ ਲਾਉਣ ਆਏ ਹੋ? ਸਤਿਗੁਰਾਂ ਕਹਿਣਾ ਸੀ ਨਹੀਂ ਭਾਈ, ਇਹ ਤੇ ਮੇਰਾ ਤੇ ਧਰਮ ਹੀ ਇਹ ਨਹੀਂ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਤੁਹਾਨੂੰ ਕਦੇ ਨਹੀਂ ਕਹਿੰਦੇ ਕਿ ਮੇਰੇ ਮਗਰ ਤੁਰੋ। ਜਿਹੜੇ ਸ਼ਬਦ ਮੈਂ ਆਪ ਜੀ ਨੂੰ ਜਨਮ ਸਾਖੀ ਦੇ ਰੋਜ਼ ਸੁਣਾਉਣਾ, ਸਤਿਗੁਰਾਂ ਨੇ ਕਿਹਾ ਮਰਦਾਨਿਆ, ਜੇ ਤੂੰ ਅਸਾਂ ਦੀ ਸੰਗਤ ਕਰਨੀ ਹੈ ਤੇ ਭੱਦੜ ਨਹੀਂ ਕਰਨਾ। ਮਤਲਬ ਤੇਰਾ ਇੰਡੀਪੈਂਡੈਂਟ, ਤੇਰਾ ਆਪਣਾ ਫੈਸਲਾ ਹੈ ਭਾਈ। ਹਾਂ, ਸਾਡੇ ਨਾਲ ਰਹਿਣਾ ਹੈ ਤੇ ਵਾਲ ਨਹੀਂ ਕੱਟਣੇ। ਤੇ ਜੇ ਤੂੰ ਵਾਲ ਕੱਟਣੇ ਨੇ ਕੱਟ ਸਕਦਾ, ਜਾਂ ਫਿਰ ਸਾਡੇ ਨਾਲ ਨਹੀਂ ਰਹਿ ਸਕਦਾ।
ਸਾਨੂੰ ਇਹੀ ਗੱਲ ਕਹਿਣੀ ਚਾਹੀਦੀ ਹੈ ਕਿ ਮੇਰੇ ਨਾਲ ਰਹਿਣਾ ਹੈ ਤੇ ਭਾਈ ਤੂੰ ਟੋਪੀ ਨਹੀਂ ਪਾਉਣੀ। ਹਾਂ ਟੋਪੀ ਪਾਉਣੀ ਤੇ ਪਾ, ਤੂੰ ਸਾਰੀ ਦੁਨੀਆ ਪਾਈ ਫਿਰਦੀ, ਮੈਂ ਕੀ ਲੈਣਾ। ਹੁਣ ਆਪਾਂ ਇਹ ਤੇ ਕਿਸੇ ਨੂੰ ਕਹਿ ਸਕਦੇ ਵੀ ਮੇਰੇ ਘਰ ਸ਼ਰਾਬ ਪੀ ਕੇ ਨਾ ਆਓ। ਹੁਣ ਆਪਾਂ ਕਹੀਏ ਜੀ ਕੋਈ ਬੰਦਾ ਆਪਣੇ ਘਰ ਬਹਿ ਕੇ ਸ਼ਰਾਬ ਨਹੀਂ ਪੀ ਸਕਦਾ, ਇਹ ਕਹਿਣਗੇ ਤੂੰ ਠੇਕੇਦਾਰ ਹੈ। ਹਾਂ ਮੈਨੂੰ ਇਹ ਹੱਕ ਹੈ ਮੈਂ ਕਹਾਂ ਕਿ ਆਹ ਸ਼ਰਾਬ ਦੇ ਔਗਣ ਨੇ, ਆਹ ਅੰਮ੍ਰਿਤ ਦੇ ਗੁਣ ਨੇ। ਜਿਵੇਂ ਟੀਵੀ ਤੇ ਐਡ ਆਉਂਦੀ ਹੈ, ਟੀਵੀ ਤੇ ਐਡ ਆਉਣ ਦਾ ਮਤਲਬ ਇਹ ਥੋੜਾ ਵੀ ਤੁਸੀਂ ਪਾਬੰਦ ਹੋ ਵੀ ਇਹ ਸਾਬਣ, ਇਹ ਪਾਊਡਰ, ਇਹ ਕਰੀਮ ਤੁਹਾਨੂੰ ਖਰੀਦਣੀ ਪੈਣੀ ਹੈ। ਖਰੀਦਣੀ ਖਰੀਦੋ, ਨਹੀਂ ਖਰੀਦਣੀ ਨਾ ਖਰੀਦੋ। ਧਰਮ ਦਾ ਪ੍ਰਚਾਰ ਦਾ ਅਰਥ ਇਹ ਨਹੀਂ ਹੈ ਕਿ ਮੈਂ ਬੋਲ ਦਿੱਤਾ ਤੇ ਤੁਹਾਨੂੰ ਮੰਨਣਾ ਪਏਗਾ। ਨਹੀਂ ਭਾਈ, ਤੁਹਾਡੀ ਮਰਜ਼ੀ ਹੈ। ਹੁਣ ਗੁਰੂ ਗੋਰਖ ਨੇ ਪੁੱਛਿਆ, ਪਰ ਵੇਖੋ ਆਪਾਂ ਹੁਣ ਕੀ ਕਹੀਏ ਵੀ ਕਿੰਨਾ ਕੁ ਸਿਆਣਾ ਸੀ ਉਹ। ਜਿਹੜੀ ਗੱਲ ਪਹਿਲਾਂ ਪੁੱਛਣੀ ਚਾਹੀਦੀ ਸੀ ਉਹ ਗੱਲ ਜਦੋਂ ਸਾਰੀ ਉਹਦੀ ਖੇਡ ਗਵਾਚ ਗਈ, ਪਚੀ ਹੋ ਗਿਆ, ਸ਼ਰਮਸਾਰ ਹੋ ਗਿਆ, ਤੇ ਹੁਣ ਹੌਲੀ ਜੀ ਪੁੱਛਦਾ ਹੈ, ਗੁਰ ਕੇ ਬਚਨ ਸੁਣੇ ਗੋਰਖ ਜਬ, ਪੁੰਨ ਬੂਝਨ ਹਿਤ ਬੋਲਤ ਭਾ ਤਬ। ਹੁਣ ਉਹਨੇ ਸਤਿਗੁਰੂ ਨੂੰ ਪੁੱਛਣ ਵਾਸਤੇ ਬੋਲਣਾ ਕੀਤਾ। ਹਾਂਜੀ। ਕਿਉਂ ਕਰ ਤੁਮ ਇਹ ਠਾਂ ਚੱਲ ਆਏ, ਕੌਣ ਮਨੋਰਥ ਦੇਹੋ ਬਤਾਏ। ਕਹਿੰਦਾ ਨਾਨਕ ਜੀ ਇੱਥੇ ਲੈਣ ਕੀ ਆਏ ਹੋ, ਤੁਹਾਡਾ ਇੱਥੇ ਆਉਣ ਦਾ ਮਕਸਦ ਕੀ ਹੈ। ਤੇ ਇਹ ਗੱਲ ਪਹਿਲੇ ਦਿਨ ਪੁੱਛ ਲੈਂਦਾ। ਸਤਿਗੁਰਾਂ ਦੀ ਬਾਣੀ 'ਚ ਇੱਕ ਸ਼ਬਦ ਆਉਂਦਾ ਹੈ, ਹੰਸ ਉਡਰ ਕੋਧਰੇ ਗਿਆ, ਲੋਕ ਵਿਡਾਰਨ ਜਾਏ। ਕਹਿੰਦੇ ਹੰਸਾਂ ਦੀ ਡਾਰ ਆਈ ਤੇ ਪਿੰਡ ਦੇ ਉੱਤੋਂ ਦੀ ਲੰਘੀ, ਤੇ ਪਿੰਡ ਦੇ ਲੋਕ ਜਿਹੜੇ ਸੀ ਉਹਨਾਂ ਵੇਖਿਆ ਵੀ ਪੰਛੀ ਆ ਗਿਆ। ਤੇ ਜਿਨ੍ਹਾਂ ਲੋਕਾਂ ਦੇ ਉਸ ਪਾਸੇ ਖੇਤ ਸਨ, ਵੇਖੋ ਇੱਕ ਪਿੰਡ ਹੁੰਦਾ ਹੈ ਨਾ, ਪਿੰਡ ਦੇ ਚਾਰੇ ਪਾਸੇ ਜ਼ਮੀਨ ਹੁੰਦੀ ਹੈ। ਜਿੱਧਰ ਨੂੰ ਹੰਸ ਗਏ ਉੱਡਦੇ ਉੱਡਦੇ, ਜਿਨ੍ਹਾਂ ਲੋਕਾਂ ਦੀ ਖੇਤੀ ਸੀ, ਜਿਨ੍ਹਾਂ ਦੇ ਖੇਤ ਸੀ, ਜਿਨ੍ਹਾਂ ਦੀ ਜ਼ਮੀਨ ਸੀ, ਉਹ ਘਰੋਂ ਗਲੇਲੇ ਲੈ ਕੇ, ਰੇਗਲੇ ਲੈ ਕੇ, ਉਹ ਤਾਂ ਡੰਡੇ ਸੋਟੀਆਂ ਲੈ ਕੇ ਭੱਜ ਪਏ। ਲੋਕ ਵਿਡਾਰਨ ਜਾਏ, ਉਹਨਾਂ ਨੇ ਸੋਚਿਆ ਵੀ ਇੱਧਰ ਸਾਡਾ ਕੋਧਰਾ ਬੀਜਿਆ ਹੋਇਆ ਤੇ ਇਹ ਪੰਛੀ ਆ ਗਏ ਨੇ ਤੇ ਕੋਧਰਾ ਚੁਗ ਜਾਣਗੇ, ਖਾ ਜਾਣਗੇ। ਤਾਂ ਮੈਂ ਇੱਕ ਇੱਥੇ ਥੋੜੀ ਜੀ ਆਪ ਜੀ ਨੂੰ ਅਪਡੇਟ ਦੇ ਦਿਆ ਕਿ ਬਾਜਰੇ ਨੂੰ ਕੋਧਰਾ ਨਹੀਂ ਕਹਿੰਦੇ, ਕੋਧਰਾ ਹੋਰ ਹੈ, ਬਾਜਰਾ ਹੋਰ ਹੈ। ਬਾਜਰੇ ਨੂੰ ਮੱਕੀ ਨਹੀਂ ਕਹਿੰਦੇ, ਮੱਕੀ ਹੋਰ ਹੈ। ਮੱਕੀ ਨੂੰ ਕਣਕ ਨਹੀਂ ਕਹਿੰਦੇ, ਕਣਕ ਹੋਰ ਹੈ। ਕਣਕ ਨੂੰ ਚਰੀ ਨਹੀਂ ਕਹਿੰਦੇ, ਚਰੀ ਵੱਖਰੀ ਹੈ। ਇਹ ਜਿਵੇਂ ਜਿਵੇਂ ਨਾਮ ਬਦਲਦੇ ਨੇ ਉਵੇਂ ਉਵੇਂ ਉਸ ਚੀਜ਼ ਦੀ ਗੁਣਵੰਤਾ ਸਾਰੀ ਬਦਲ ਜਾਂਦੀ ਹੈ। ਹੰਸ ਉਡਰ ਕੋਧਰੇ ਗਿਆ, ਲੋਕ ਵਿਡਾਰਨ ਜਾਏ। ਹੁਣ ਜਿਨ੍ਹਾਂ ਲੋਕਾਂ ਦੇ ਖੇਤ ਸੀ ਉਧਰ, ਉਹ ਪਿੰਡਾਂ ਵਾਲੇ ਲੋਕ ਭੱਜ ਪਏ। ਤੇ ਭਗਤ ਜੀ ਕੀ ਕਹਿੰਦੇ ਨੇ, ਕਹਿੰਦੇ ਗਹਿਲਾ ਲੋਕ ਨਾ ਜਾਣੇ। ਦੱਸੋ ਇਹ ਪਿੰਡਾਂ ਦੇ ਭੋਲੇ ਲੋਕਾਂ ਨੂੰ ਕੌਣ ਸਮਝਾਵੇ ਕਿ ਹੰਸ ਨਾ ਕੋਧਰਾ ਖਾਏ। ਹੰਸ ਤੇ ਹੀਰੇ ਮੋਤੀ ਚੁਗਦਾ ਹੈ, ਹੰਸ ਕੋਧਰਾ ਥੋੜਾ ਖਾਂਦਾ ਹੈ। ਤੇ ਜਦੋਂ ਹੰਸ ਕੋਧਰਾ ਖਾਂਦਾ ਹੀ ਨਹੀਂ ਤੇ ਤੁਹਾਨੂੰ ਕੋਧਰੇ ਦੀ ਰਾਖੀ ਕਰਨ ਦੀ ਕੀ ਲੋੜ ਹੈ। ਫਿਰ ਤੁਹਾਨੂੰ ਰਾਖੀ ਕਰਨ ਦੀ ਕੀ ਲੋੜ ਹੈ। ਰਾਖੀ ਤੇ ਤਾਂ ਕਰੋ ਜੇ ਤੁਹਾਨੂੰ ਇਹ ਪਤਾ ਹੋਵੇ ਵੀ ਇਹਨੇ ਕੋਧਰਾ ਖਾ ਜਾਣਾ ਹੈ। ਹੰਸ ਕੋਧਰਾ ਨਹੀਂ ਖਾਂਦਾ। ਗੁਰੂ ਗੋਰਖ ਨੂੰ ਪਤਾ ਹੀ ਨਹੀਂ ਸੀ ਵੀ ਗੁਰੂ ਨਾਨਕ ਸਾਹਿਬ ਇੱਥੇ ਆਏ ਕਿਉਂ ਨੇ। ਐਸੀ ਉਹਨਾਂ ਦੀ ਜਾਨ ਵਕਤੇ ਵਿੱਚ ਫਸੀ। ਕਿੰਨਾ ਕੁਝ ਉਹਨਾਂ ਨੇ ਉੱਚਾ ਬੋਲਿਆ, ਫਿੱਕਾ ਬੋਲਿਆ, ਕੌੜਾ ਬੋਲਿਆ, ਸ਼ਕਤੀਆਂ ਵਿਖਾਈਆਂ। ਤੇ ਜਦੋਂ ਥੱਕ ਗਏ, ਟੁੱਟ ਗਏ, ਹਾਰ ਗਏ, ਤੇ ਹੁਣ ਉਸ ਗੱਲ ਤੇ ਆਏ ਨੇ ਜਿਹੜੀ ਗੱਲ ਸਭ ਤੋਂ ਪਹਿਲਾਂ ਕਰਨੀ ਚਾਹੀਦੀ ਹੈ। ਇਹਦਾ ਅਰਥ ਕੀ ਹੈ?
ਸਾਡੀ ਜ਼ਿੰਦਗੀ ਵਿੱਚ ਇਹਦਾ ਅਰਥ ਇਹ ਹੈ ਕਿ ਕਿਸੇ ਬੰਦੇ ਦੇ ਪ੍ਰਤੀ ਆਪਣੇ ਵਿਊ ਬਣਾਉਣ ਤੋਂ ਪਹਿਲਾਂ, ਕਿਸੇ ਬੰਦੇ ਦੇ ਨਾਲ ਦੋਸਤੀ ਦੁਸ਼ਮਣੀ ਕਰਨ ਤੋਂ ਪਹਿਲਾਂ, ਕਿਸੇ ਬੰਦੇ ਦੇ ਪ੍ਰਤੀ ਆਪਣੇ ਮਨ ਵਿੱਚ ਕੋਈ ਫੁਰਨੇ ਪੈਦਾ ਕਰਨ ਤੋਂ ਪਹਿਲਾਂ ਥੋੜਾ ਜਿਹਾ ਪੁੱਛ ਲੈਣਾ ਚਾਹੀਦਾ ਹੈ। ਹੁਣ ਇੱਕ ਬੰਦਾ ਤੁਹਾਡੇ ਕੋਲ ਆਇਆ, ਤੁਸੀਂ ਸੋਚਣ ਲੱਗੇ ਵੀ ਇਹ ਪੈਸੇ ਮੰਗਣ ਆਇਆ ਹੋਊਗਾ। ਜ਼ਰੂਰੀ ਨਹੀਂ ਹੈ, ਜ਼ਰੂਰੀ ਨਹੀਂ ਉਹ ਤੁਹਾਡੇ ਕੋਲੋਂ ਪੈਸੇ ਮੰਗਣ ਆਇਆ ਹੋਵੇ। ਹੁਣ ਸਾਨੂੰ ਬੜੇ ਫੋਨ ਆਉਂਦੇ ਨੇ ਤੇ ਕਈ ਵਾਰੀ ਵੇਲਾ ਕੁਵੇਲਾ ਵੀ ਹੁੰਦਾ ਹੈ, ਸੌਣਾ ਹੁੰਦਾ ਹੈ ਜਾਂ ਸੁੱਤੇ ਪਏ ਹੋਈਦਾ, ਫੋਨ ਆ ਜਾਂਦਾ ਹੈ ਤੇ ਇੱਕ ਵਾਰੀ ਮਨ 'ਚ ਜ਼ਰੂਰ ਆਉਂਦੀ ਵੀ ਇਹਨਾਂ ਨੇ ਕਿਤੇ ਕਮਰੇ ਤੇ ਨਹੀਂ ਲੈਣੇ, ਅੱਧੀ ਰਾਤ ਮੈਨੂੰ ਸੁੱਤਾ ਠਾਉਣ ਲੱਗੇ ਨੇ। ਪਰ ਉਦੋਂ ਬਾਅਦ ਮਨ ਸ਼ਰਮਸਾਰ ਹੁੰਦਾ ਹੈ ਜਦੋਂ ਕਹਿੰਦੇ ਗਿਆਨੀ ਜੀ ਅਸੀਂ ਤੁਹਾਡੀ ਕਥਾ ਸੁਣ ਰਹੇ ਸੀ, ਬੜਾ ਹੀ ਆਨੰਦ ਆਇਆ, ਤਾਂ ਅਸੀਂ ਕਿਹਾ ਵੀ ਚਲੋ ਫੋਨ ਮਿਲਾ ਕੇ ਗਿਆਨੀ ਜੀ ਦਾ ਥੈਂਕ ਯੂ ਕਰ ਦਈਏ। ਉਦੋਂ ਫਿਰ ਆਪਣੇ ਮਨ ਨੂੰ ਫਟਕਾਰ ਮਾਰੀ ਦੀ ਵੀ ਮਨਾ ਤੂੰ ਤੇ ਪੁੱਠਾ ਸੋਚ ਰਿਹਾ ਸੀ। ਸਾਹਮਣੇ ਵਾਲੇ ਦੀ ਭਾਵਨਾ, ਸਾਰੀ ਦੁਨੀਆ ਮੰਗਤੀ ਨਹੀਂ ਹੈ, ਸਾਰੀ ਦੁਨੀਆ ਭਿਖਾਰੀ ਨਹੀਂ ਹੈ, ਸਾਰੀ ਦੁਨੀਆ ਨੂੰ ਤੁਹਾਡੇ ਨਾਲ ਕੋਈ ਕੰਮ ਨਹੀਂ ਹੈਗਾ। ਇਹ ਸਾਡੀ ਆਪਣੀ ਸੋਚ ਹੈ ਕਿ ਅਸੀਂ ਹਮੇਸ਼ਾ ਹੀ ਉਲਟਾ ਸੋਚਦੇ ਹਾਂ। ਇਸੇ ਕਰਕੇ ਹਰ ਬੰਦੇ ਦੇ ਪ੍ਰਤੀ ਸਾਡਾ ਨਜ਼ਰੀਆ ਠੀਕ ਨਹੀਂ ਹੈਗਾ। ਹੁਣ ਇਸ ਗੁਰੂ ਗੋਰਖ ਨੇ ਪੁੱਛਿਆ ਕਿ ਕਿਉਂ ਕਰ ਤੁਮ ਇਹ ਠਾਂ ਚੱਲ ਆਏ, ਕੌਣ ਮਨੋਰਥ ਦੇਹੋ ਬਤਾਏ। ਵੀ ਨਾਨਕ ਜੀ ਸਾਡਾ ਮਤ ਤੁਸੀਂ ਧਾਰਨ ਨਹੀਂ ਕੀਤਾ, ਆਪਣੇ ਮਤ ਦੀ ਤੁਸੀਂ ਗੱਲ ਨਹੀਂ ਕੀਤੀ, ਤੇ ਲੈਣ ਕੀ ਆਏ ਹੋ, ਇੱਥੇ ਕਿਉਂ ਆਏ ਹੋ। ਸਮੇਰ ਪਰਬਤ ਤੇ ਆਉਣਾ ਸੌਖਾ ਤੇ ਹੈ ਨਹੀਂ। ਜੇ ਆਏ ਹੋ ਤੇ ਮੈਨੂੰ ਤੇ ਨਹੀਂ ਪਤਾ ਲੱਗਾ, ਤੁਸੀਂ ਆਪਣਾ ਮਨੋਰਥ ਦੱਸ ਦਿਓ, ਤੁਹਾਡਾ ਮਨੋਰਥ ਕੀ ਹੈ। ਹਾਂਜੀ। ਸੋ ਮੈਂ ਕਰੋ ਸੰਪੂਰਨ ਤੁਮਰੋ, ਸਾਚ ਬਚਨ ਇਹ ਮਾਨੋ ਹਮਰੋ। ਹੁਣ ਵੀ ਗੁਰੂ ਗੋਰਖ ਨੇ ਆਪਣੀ ਲੱਤ ਉੱਤੇ ਰੱਖਣ ਦੀ ਕੋਸ਼ਿਸ਼ ਕੀਤੀ, ਕਹਿਣ ਲੱਗਾ ਜੀ ਮਨੋਰਥ ਦੱਸ ਦਿਓ, ਮੈਂ ਤੁਹਾਡੇ ਪੂਰੇ ਕਰ ਦਿਆਂਗਾ। ਇੱਕ ਵਾਰੀ ਬੋਲੋ ਤੇ ਸਹੀ, ਆਏ ਤੇ ਕਿਸੇ ਕੰਮ ਹੀ ਹੋਵੋਗੇ ਨਾ, ਕਿਹੜੇ ਕੰਮ ਆਏ ਹੋ ਬੋਲ ਕੇ ਦੱਸੋ ਤਾਂ ਸਹੀ। ਹਾਂਜੀ। ਸ੍ਰੀ ਗੁਰ ਕਹਿ ਮਨੋਰਥ ਮੇਰੇ, ਸਤਿਗੁਰ ਪੂਰੇ ਹੈ ਇੱਕ ਬੇਰੇ। ਸਤਿਗੁਰੂ ਕਹਿਣ ਲੱਗੇ ਐ ਗੋਰਖ, ਮੇਰਾ ਕੋਈ ਮਨੋਰਥ ਬਾਕੀ ਨਹੀਂ ਹੈ, ਮੇਰੇ ਮਨੋਰਥ ਮੇਰੇ ਗੁਰੂ ਨੇ ਪੂਰੇ ਕਰ ਦਿੱਤੇ ਨੇ। ਭਾਈ ਸਿੱਖੋ, ਕੋਈ ਬੰਦਾ ਤੁਹਾਨੂੰ ਕਵੇ ਆਓ ਜੀ ਤੁਹਾਡੇ ਹੱਥ ਵੇਖਦੇ ਆ ਜੀ, ਆਓ ਤੁਹਾਡੀ ਪੱਤਰੀ ਬਣਾਉਨੇ ਆ ਜੀ, ਆਓ ਜੀ ਤੁਹਾਨੂੰ ਕੋਈ ਜੰਤਰ ਮੰਤਰ ਦਿੰਨੇ ਆ, ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਕਿਸੇ ਬੰਦੇ ਕੋਲ ਨਾ ਜਾਇਓ। ਮੈਂ ਅੱਜ ਫਿਰ ਤੁਹਾਡੇ ਨਾਲ ਸਾਂਝ ਕਰਨਾ, ਮੈਨੂੰ ਇੱਕ ਟੈਲੀਫੋਨ ਆਉਂਦਾ ਹੈ, ਵੀਰ ਜੀ ਬਾਣੀ ਪੜ੍ਹੀਏ, ਸੇਵਾ ਕਰੀਏ, ਤੇ ਕੋਈ ਮੁਸੀਬਤ ਜ਼ਿੰਦਗੀ ਵਿੱਚ ਆਉਣੀ ਹੋਵੇ ਤੇ ਟਲ ਜਾਂਦੀ ਹੈ। ਮੈਂ ਕਿਹਾ ਭੈਣ ਜੀ ਵੀ ਟਲ ਤੇ ਜਾਂਦੀ, ਪਰ ਆਉਣੀ ਹੋਵੇ ਦਾ ਇਹ ਮਤਲਬ ਕਿ ਤੁਹਾਨੂੰ ਕਿੱਦਾਂ ਪਤਾ ਲੱਗਾ। ਹੁਣ ਉਹ ਕਹਿੰਦੀ ਵੀ ਮੈਂ ਤੁਹਾਨੂੰ ਦੱਸਣਾ ਤੇ ਨਹੀਂ ਸੀਗਾ, ਪਰ 1-2 ਸਾਲ ਹੋ ਗਏ ਨੇ ਸਾਨੂੰ ਕਿਸੇ ਨੇ ਪੱਕੀ ਗੱਲ ਦੱਸੀ ਸੀ ਵੀ ਤੁਹਾਡੀ ਜ਼ਿੰਦਗੀ 'ਚ ਮੁਸੀਬਤ ਆ ਸਕਦੀ ਹੈ। ਮੈਂ ਕਿਹਾ ਫਿਰ, ਤੇ ਅਸੀਂ ਹੁਣ ਪਾਠ ਪੂਜਾ ਕਰਦੇ ਹਾਂ ਵੀ ਉਹ ਟਲ ਜਾਏ। ਤੇ ਮੈਂ ਕਿਹਾ ਭੈਣ ਜੀ ਉਹਨੇ ਤੁਹਾਨੂੰ ਕੋਈ ਟਾਈਮ ਪੀਰੀਅਡ ਵੀ ਦੱਸਿਆ ਸੀ? ਨਹੀਂ ਜੀ ਟਾਈਮ ਪੀਰੀਅਡ ਤੇ ਕੋਈ ਨਹੀਂ ਸੀ ਦੱਸਿਆ। ਮੈਂ ਕਿਹਾ ਹੁਣ ਇਦਾਂ ਹੀ ਮਰੋਗੇ ਫਿਰ ਤੁਸੀਂ, ਇਦਾਂ ਹੀ ਮਰੋਗੇ, ਹੋਰ ਇਹਦਾ ਇਲਾਜ ਹੀ ਕੋਈ ਨਹੀਂ ਹੈਗਾ। ਮਤਲਬ ਤੁਸੀਂ ਵੇਖੋ ਵੀ ਸਿਆਣੇ ਕਿੰਨੇ ਸਿਆਣੇ ਨੇ। ਪਰ ਮੈਂ ਕਹਿਤਾ ਤੁਹਾਨੂੰ ਵੀ ਤੁਹਾਡੀ ਜ਼ਿੰਦਗੀ 'ਚ ਮੁਸੀਬਤ ਆ ਸਕਦੀ ਹੈ, ਇਸ ਸਾਲ ਵੀ ਆ ਸਕਦੀ ਹੈ, ਅਗਲੇ ਸਾਲ ਵੀ ਆ ਸਕਦੀ ਹੈ, ਉਦੋਂ ਅਗਲੇ ਸਾਲ ਵੀ ਆ ਸਕਦੀ ਹੈ, ਮਤਲਬ ਤੁਹਾਡੇ ਵਿਆਹ ਤੋਂ ਬਾਅਦ ਵੀ ਆ ਸਕਦੀ, ਤੁਹਾਡੇ ਪੋਤਰਿਆਂ ਦੇ ਵਿਆਹ ਤੋਂ ਬਾਅਦ ਵੀ ਆ ਸਕਦੀ ਹੈ, ਤੇ ਮਰੋ ਫਿਰ, ਇਹਦਾ ਤਾਂ ਕੋਈ ਇਲਾਜ ਹੀ ਨਹੀਂਗਾ। ਵੀ ਮੁਸੀਬਤ ਤੇ ਹਰ ਇੱਕ ਦੀ ਜ਼ਿੰਦਗੀ 'ਚ ਆਉਂਦੀ। ਕੱਲ੍ਹ ਨੂੰ ਸਾਈਕਲ ਦਾ ਪੈਡਲ ਟੁੱਟ ਗਿਆ, ਤੁਸੀਂ ਕਹਿਣਾ ਜੀ ਇਹੀ ਮੁਸੀਬਤ ਸੀ, ਆਹੀ ਦੱਸੀ ਸੀ ਸਿਆਣੇ ਨੇ ਵੀ ਮੁਸੀਬਤ ਆਏਗੀ, ਵੇਖਿਆ ਬਚ ਗਿਆ ਨਾ ਮੈਂ। ਤੇ ਜੇ ਮੈਂ ਧੌਣ ਪਰਨੇ ਡਿੱਗਦਾ, ਮੇਰੇ ਦੰਦ ਟੁੱਟ ਜਾਣੇ ਸੀ, ਉਹ ਸਾਰਾ ਸ਼ਿਸ਼ਰਾ ਲਿਖ ਲੈਣਾ ਸੀ
ਵੀ ਸਿਆਣੇ ਕਰਕੇ ਮੇਰੇ 32 ਦੰਦ ਬਚ ਗਏ, ਨਹੀਂ ਤੇ 4 ਤਾਂ ਟੁੱਟ ਹੀ ਜਾਣੇ ਸੀ। ਦੱਸੋ ਇਹਦਾ ਕੋਈ ਇਲਾਜ ਹੈ? ਮੈਂ ਫਿਰ ਬੇਨਤੀ ਕਰਾਂ, ਨਵਾਂ ਸਾਲ ਨਵਾਂ ਜੀਵਨ ਸ਼ੁਰੂ ਕਰੋ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕਿਸੇ ਨੂੰ ਨਹੀਂ ਮੰਨਣਾ। ਬਾਣੀ ਪੜੋ, ਧਰਮ ਕਰੋ। ਪਹਿਲੀ ਗੱਲ ਤੇ ਜੀਵਨ 'ਚ ਦੁੱਖ ਆਏਗਾ ਨਹੀਂ, ਜੇ ਆਏਗਾ ਤੇ ਚਲਾ ਜਾਏਗਾ, ਤੇ ਜੇ ਨਾ ਵੀ ਗਿਆ ਤੇ ਉਹ ਦੁੱਖ ਵੀ ਤੁਹਾਡੇ ਜੀਵਨ ਵਿੱਚ दारू ਬਣ ਕੇ ਵਰਤੇਗਾ। ਆ ਜਿਹੜਾ ਪਿਛਲਾ ਸਾਲ ਬੀਤਿਆ ਹੈ, ਹੌਲੀ ਹੌਲੀ ਇਹ ਪਰਤਾਂ ਅਸੀਂ ਖੁਦ ਮੰਨਾਂਗੇ, ਖੋਲਾਂਗੇ ਕਿ ਇਹ ਸਾਡੇ ਜੀਵਨ ਵਿੱਚ ਇੱਕ दारू ਸੀ। ਕਈ ਬੰਦੇ 20 ਸਾਲਾਂ ਬਾਅਦ ਪਰਿਵਾਰ ਵਿੱਚ ਰਹੇ ਨੇ, 20 ਸਾਲ ਇਕੱਠੇ ਨਹੀਂ ਹੋਏ। ਇਹ ਕਹਿ ਨੂੰ ਭੱਜ ਗਿਆ, ਕਹਿ ਨੂੰ ਭੱਜ ਗਿਆ। ਇਹ ਤੇ ਕਰੋਨੇ ਨੇ ਇਕੱਠੇ ਕਰਤੇ। ਬੈਠੋ ਬੰਦੇ ਦੇ ਪੁੱਤ ਬਣ ਕੇ ਇੱਥੇ, ਕਰੋ ਨਾਸ਼ਤਾ ਇਕੱਠੇ, ਖਾਓ ਰੋਟੀਆਂ ਇਕੱਠੇ, ਬਹੁ ਇੱਥੇ। ਬਾਹਰ ਨਹੀਂ ਜਾਣਾ ਕਿਸੇ ਨੇ, ਨਹੀਂ ਤੇ ਮੀਟਿੰਗਾਂ ਹੀ ਨਹੀਂ ਸੀ ਸਾਹ ਲੈਂਦੀਆਂ, नहीं तो जॉब की टेंशन, ट्रांजिट, ये वो, बैंक इधर उधर, सारा दिन साडा सासी रुकते ही नहीं सीगे। माड़ा भी बहुत होया, पर ये तुसी मनोगे हौली हौली भी ये चंगा भी बहुत होया। बहुत कुछ सानू सीखण नू मिलिया, बड़ा कुछ सानू ये मुसीबत सिखा के गई, सानू दस गई कि बंदिया 2 रोटियां की लोड़ है तेरी, बाकी सब तेरे शौक ने, लोड़ा नहीं है। पिछले 6 महीने हो गए कई बंदियां ने जाके रेस्टोरेंट ते रोटी नहीं खाधी, तो पुछो मर गए हो तुसी? जिहड़े हफ्ते 'च 2 वारी जांदे सी, 6 महीने हो गए गया ही नहीं कदे मुड़ के। की सी? शौक सी ना। इस करके दुख भी आएगा तो तुहाडी जिंदगी 'च सुख बन के वरतेगा जे गुरु तुहाडे सिर ते होएगा। तो इस करके आपां नवां साल नवां जीवन, आओ आपां गुरु वाले बनीए, गुरु वाले पासे मुख करिए। केवल अज मत्था टेकण तक सीमित नहीं रहना, अज अपने गुरु का पल्ला फड़ लो। जदों दुख सुख होवे बाणी पढ़ो, सच्चे पातशाह मेहर दा हथ रखणगे। सारिआं नूं नवें साल दीआं लख लख वधाइयां। वाहिगुरू जी का खालसा, वाहिगुरू जी की फतेह।